Guru ji किछ होना है असर लज्जा रा ले हो सदना जान तोरा सतगुर अपने को कुर्बानी सतगुर अपने को कुर्बानी सतगुर अपने को अपने को कुर्बानी आत्म चीन परम रंग मानी आत्म चीन परम रंग मानी
ਸਤਿਗੁਰ ਆਪਣੇ ਕੋ ਕੁਰਬਾਨੀ, ਸਤਿਗੁਰ ਆਪਣੇ ਕੋ ਕੁਰਬਾਨੀ, ਸਤਿਗੁਰ ਆਪਣੇ ਕੋ ਕੁਰਬਾਨੀ। ਆਤਮ ਚੀਨ ਪਰਮ ਰੰਗ ਮਾਣੀ, ਆਤਮ ਚੀਨ ਪਰਮ ਰੰਗ ਮਾਣੀ, ਸਤਿਗੁਰ ਆਪਣੇ ਕੋ ਕੁਰਬਾਨੀ। ਗੁਰ ਕੇ ਚਰਨ ਉਪਰ ਮੇਰੇ ਮਾਥੇ, ਗੁਰ ਕੇ ਚਰਨ ਉਪਰ ਮੇਰੇ ਮਾਥੇ, ਮੇਰੇ ਗੁਰ ਕੇ ਚਰਨ ਉਪਰ ਮੇਰੇ ਮਾਹ, ਮੇਰੇ ਸਗਲੇ ਲਾਏ ਕੋ ਕੁਰਬਾਨੀ, ਕੋ ਕੁਰਬਾਨੀ। ਗੁਰ ਕੀ ਮੁਖ ਲਾਗੀ ਚਰਨ ਰਹਿਣ, ਗੁਰ ਕੀ ਮੁਖ ਲਾਗੀ ਬੁੱਧ ਤਿਨ ਸਗਲੀ ਤਿਆਗੀ। ਕੋ ਕੁਰਬਾਨੀ। ਆਤਮ ਚੀਨ ਪਰਮ ਰੰਗ ਮਾਣੀ, ਸਤਿਗੁਰ ਆਪਣੇ ਕੋ ਕੁਰਬਾਨੀ, ਸਤਿਗੁਰ ਆਪਣੇ ਕੋ ਕੁਰਬਾਨੀ, ਸਤਿਗੁਰ ਆਪਣੇ ਕੋ। ਗੁਰ ਕਾ ਸ਼ਬਦ ਲੱਗੋ ਮਨ ਮੀਠਾ,
ਗੁਰ ਕਾ ਸ਼ਬਦ ਲੱਗੋ ਮਨ ਮੀਠਾ, ਪਾਰ ਬ੍ਰਹਮ ਤਾਂ ਤੇ ਮੋਹਿ ਡੀਠਾ। ਪਾਰ ਬ੍ਰਹਮ ਤਾਂ ਤੇ ਮੋਹਿ ਡੀਠਾ, ਪਾਰ ਬ੍ਰਹਮ ਤਾਂ ਤੇ ਮੋਹਿ ਡੀਠਾ। ਸਤਿਗੁਰ ਆਪਣੇ ਕੋ ਕੁਰਬਾਨੀ, ਗੁਰ ਸੁਖ ਦਾਤਾ ਗੁਰ ਕਰਤਾਰ, ਗੁਰ ਸੁਖ ਦਾਤਾ ਗੁਰ ਸੁਖ ਦਾਤਾ, ਗੁਰ ਕਰਤਾਰ, ਗੁਰ ਕਰਤਾਰ, ਗੁਰ ਸੁਖ ਦਾਤਾ ਗੁਰ ਕਰਤਾਰ। ਜੀ ਪ੍ਰਾਣ ਨਾਨਕ ਗੁਰ ਆਧਾਰ, ਜੀ ਪ੍ਰਾਣ ਨਾਨਕ ਗੁਰ ਆਧਾਰ, ਜੀ ਪ੍ਰਾਣ ਨਾਨਕ ਗੁਰ ਆਧਾਰ। ਸਤਿਗੁਰ ਆਪਣੇ ਕੋ ਕੁਰਬਾਨੀ, ਸਤਿਗੁਰ ਆਪਣੇ ਕੋ ਕੁਰਬਾਨੀ, ਸਤਿਗੁਰ ਆਪਣੇ ਕੋ ਕੁਰਬਾਨੀ। ਗੁਰ ਸੁਖ ਦਾਤਾ ਗੁਰ, ਗੁਰ ਸੁਖ ਦਾਤਾ ਗੁਰ ਕਰਤਾਰ। ਨਿਜ਼ਾ ਗਰੇ ਨਿਜ਼ਾ ਗਾ ਗਰੇ ਗਰੇ ਰੇ ਸਾ ਮਾ ਮਾ ਮ ਗਾ ਪ ਪ ਪ ਗਾ ਮ ਗਾ ਰੇ ਸਾ, ਨਿਜ਼ਾ ਗਾ ਮ ਪਾ ਨੀ ਸਾ ਪਾਨੀ ਸਾ ਪਾਨੀ ਸਾ ਪਾਨੀ ਸਾ ਗਾ ਰੇ ਸਾ ਨੀ ਸਾ ਨੀ ਦਾ ਪ ਮ ਦਾ ਨੀ ਦਾ ਪ ਮ ਪ ਗਾ ਮ ਗਾ ਰੇ ਸਾ। ਗੁਰ ਸੁਖ ਦਾਤਾ ਗੁਰ ਕਰਤਾਰ, ਗੁਰ ਸੁਖ ਦਾਤਾ ਗੁਰ ਕਰਤਾਰ। ਜੀ ਪ੍ਰਾਣ ਨਾਨਕ ਗੁਰ ਆਧਾਰ, ਜੀ ਪ੍ਰਾਣ ਨਾਨਕ ਗੁਰ ਆਧਾਰ, ਜੀ ਪ੍ਰਾਣ ਨਾਨਕ ਗੁਰ ਆਧਾਰ। ਸਤਿਗੁਰ ਆਪਣੇ ਕੋ ਕੁਰਬਾਨੀ, ਸਤਿਗੁਰ ਆਪਣੇ ਕੋ ਕੁਰਬਾਨੀ। ਆਤਮ ਚੀਨ ਪਰਮ ਰੰਗ ਮਾਣੀ, ਆਤਮ ਚੀਨ ਪਰਮ ਰੰਗ ਮਾਣੀ। ਸਤਿਗੁਰ ਆਪਣੇ ਕੋ ਕੁਰਬਾਨੀ, ਸਤਿਗੁਰ ਆਪਣੇ ਕੋ ਕੁਰਬਾਨੀ, ਸਤਿਗੁਰ ਆਪਣੇ ਕੋ ਕੁਰਬਾਨੀ। ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹੋ ਦਿਖਾਲ।
ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹੋ ਦਿਖਾਲ, ਮੈਂ ਸਤਿਗੁਰ ਦੇਹੋ ਦਿਖਾਲ। ਸੁਣ ਸੱਜਣ ਪ੍ਰੀਤਮ ਮੇਰਿਆ, ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹੋ ਦਿਖਾਲ, ਮੈਂ ਸਤਿਗੁਰ ਦੇਹੋ ਦਿਖਾਲ। ਸੁਣ ਸੱਜਣ ਪ੍ਰੀਤਮ ਮੇਰਿਆ। ਹੋਂ ਤਿਸ ਦੇਵਾ ਮਨ ਆਪਣਾ, ਹਾਂ ਤਿਸ ਦੇਵਾ ਮਨ ਆਪਣਾ, ਨਿਤ ਹਿਰਦੈ ਰੱਖਾਂ ਸਮਾਲ। ਨਿਤ ਹਿਰਦੈ ਰੱਖਾਂ ਸੰਭਾਲ, ਨਿਤ ਹਿਰਦੈ ਰੱਖਾਂ ਸੰਭਾਲ। ਗੁਣ ਸੱਜਣ ਪ੍ਰੀਤਮ ਮੇਰਿਆ, ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹੋ ਦਿਖਾਲ, ਮੈਂ ਸਤਿਗੁਰ ਦੇਹੋ ਦਿਖਾਲ। ਸੁਣ ਸੱਜਣ ਪ੍ਰੀਤਮ ਮੇਰਿਆ, ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹੋ ਦਿਖਾਲ, ਸਤਿਗੁਰ ਦੇਹੋ ਦਿਖਾਲ। ਇਕਸ ਸਤਿਗੁਰ ਬਾਹਰਾ, ਇਕਸ ਸਤਿਗੁਰ ਬਾਹਰਾ, ਇਕਸ ਸਤਿਗੁਰ ਬਾਹਰਾ, ਤ੍ਰਿਗ ਜੀਵਨ ਸੰਸਾਰ। ਤ੍ਰਿਗ ਜੀਵਨ ਸੰਸਾਰ, ਤ੍ਰਿਗ ਜੀਵਨ ਸੰਸਾਰ। ਸੱਜਣ ਪ੍ਰੀਤਮ ਮੇਰਿਆ, ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹੋ ਦਿਖਾਲ, ਮੈਂ ਸਤਿਗੁਰ ਦੇਹੋ ਦਿਖਾਲ। ਸੁਣ ਸੱਜਣ ਪ੍ਰੀਤਮ ਮੇਰਿਆ, ਮੈਂ ਸਤਿਗੁਰ ਦੇਹੋ ਦਿਖਾਲ, ਮੈਂ ਸਤਿਗੁਰ ਦੇਹੋ ਦਿਖਾਲ।
ਜਨ ਨਾਨਕ ਸਤਿਗੁਰ ਤਿਨਾ ਮਿਲਾਇਓਨ। ਜਨ ਨਾਨਕ ਜਨ ਨਾਨਕ ਸਤਿਗੁਰ ਤਿਨਾ ਮਿਲਾਇਓਨ। ਤਿਨਾ ਮਿਲਾਇਓਨ, ਤਿਨਾ ਮਿਲਾਇਓਨ। ਜਨ ਨਾਨਕ ਸਤਿਗੁਰ ਤਿਨਾ ਮਿਲਾਇਓਨ। ਜਿਨ ਸਦ ਹੀ ਵਰਤੈ ਨਾਲ। ਜਿਨ ਸਦ ਹੀ ਵਰਤੈ ਨਾਲ। ਜਿਨ ਸਦ ਹੀ ਵਰਤੈ ਨਾਲ। ਸੁਣ ਸੱਜਣ ਪ੍ਰੀਤਮ ਮੇਰਿਆ। ਸੁਣ ਸੱਜਣ ਪ੍ਰੀਤਮ, ਸੁਣ ਸੱਜਣ ਪ੍ਰੀਤਮ ਮੇਰਿਆ। ਮੈਂ ਸਤਿਗੁਰ ਦੇਹੋ ਦਿਖਾਲ। ਮੈਂ ਸਤਿਗੁਰ ਦੇਹੋ ਦਿਖਾਲ। ਸੁਣ ਸੱਜਣ ਪ੍ਰੀਤਮ ਮੇਰਿਆ। ਸੁਣ ਸੱਜਣ ਪ੍ਰੀਤਮ ਮੇਰਿਆ। ਮੈਂ ਸਤਿਗੁਰ ਦੇਹੋ ਦਿਖਾਲ। ਮੈਂ ਸਤਿਗੁਰ ਦੇਹੋ ਦਿਖਾਲ। ਮੈਂ ਸਤਿਗੁਰ ਦੇਹੋ ਦਿਖਾਲ। ਤਿਸ ਗੁਰ ਕੋ ਸਿਮਰੋ ਸਾਸ ਸਾਸ। ਤਿਸ ਗੁਰ ਕੋ ਸਿਮਰੋ ਸਾਸ ਸਾਸ। ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ। ਤਿਸ ਗੁਰ ਕੋ ਸਿਮਰੋ ਸਾਸ ਸਾਸ। ਤਿਸ ਗੁਰ ਕੋ ਸਿਮਰੋ ਸਾਸ ਸਾਸ। ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ। ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ। ਤਿਸ ਗੁਰ ਕੋ ਸਿਮਰੋ ਸਾਸ ਸਾਸ। ਤਿਸ ਗੁਰ ਕੋ ਸਿਮਰੋ ਸਾਸ ਸਾਸ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਗੁਰ ਕੇ ਚਰਨ ਤੋਏ ਤੋਏ ਪੀਵਾ। ਗੁਰ ਕਾ ਦਰਸ਼ਨ ਦੇਖ ਦੇਖ ਜੀਵਾ। ਗੁਰ ਕੇ ਚਰਨ ਤੋਏ ਤੋਏ ਪੀਵਾ। ਗੁਰ ਕੇ ਚਰਨ ਤੋਏ ਤੋਏ ਪੀਵਾ। ਗੁਰ ਕੋ ਸਿਮਰੋ ਸਾਸ ਸਾਸ। ਗੁਰ ਮੇਰੇ ਪ੍ਰਾਣ ਸਤ ਗੁਰ ਮੇਰੀ ਰਾਸ। ਤਿਸ ਗੁਰ ਕੋ ਸਿਮਰੋ ਸਾਸ ਸਾਸ। ਗੁਰ ਮੇਰੇ ਪ੍ਰਾਣ
सतगुर मेरी रास। गुर की रेण नित मजन करो, जन्म जन्म की हम मल हरो। गुर की रेण नित मजन करो, जन्म जन्म की हम मल हरो। जन्म जन्म की हम मल हरो। इस गुर को सिमरो सास सास, गुर मेरे प्राण सतगुर मेरी रास। तिस गुर को सिमरो सास सास, गुर मेरे प्राण सतगुर मेरी रास। तिस गुर को चूलावो पाखा, महा अगंत हाथ दे राखा। महा अगंत हाथ दे राखा। हाथ दे राखा। तिस गुर को चूलावो पाखा, महा अगन ते हाथ दे राखा। महा अगन ते हाथ दे राखा। तिस गुर को सिमरो सास सास, गुर मेरे प्राण सतगुर मेरी रास। तिस गुर को सिमरो सास सास, गुर मेरे प्राण सतगुर मेरी रास। तिस गुर के गृह टोबो पानी, जिस गुर ते अकल गत जानी। तिस गुर के गृह टोबो पानी, जिस गुर ते अकल गत जानी। जिस गुर ते अकल गत जानी। तिस गुर को सिमरो सास सास, गुर मेरे प्राण सतगुर मेरी रास। तिस गुर को सिमरो सास सास, गुर मेरे प्राण सतगुर मेरी रास। तिस गुर के ग्रह पिसो नीत, जिस प्रसाद वैरी सब मीत। तिस गुर के ग्रह पिसो नीत,
जिस प्रसाद वैरी सब मीत, जिस प्रसाद बैरी सब मीत, तिस गुर को सिमरो सास सास। गुर मेरे प्राण सतगुर मेरी रास, तिस गुर को सिमरो सास सास। गुर मेरे प्राण सतगुर मेरी रास। जिन गुरमुखो दीना जियो, अपना दासरा आपे मुल लियो। अपना दासरा आपे मुल लियो। जिन गुरमुखो दीना जियो, अपना दासरा आपे मुल लियो। तिस गुर को सिमरो सास सास। गुर मेरे प्राण सतगुर मेरी रास। गुर मेरे प्राण सतगुर मेरी रास। पवन गुरु पाणी पिता, माता तरत महत। दिवस रात दोए दाई दाया, खेलै सगल जगत। गुर मेरे प्राण सतगुर मेरी रास। गुरु प्यारी साध संगत, ਨਾਲ ਹੀ ਨਾਲ ਇਹਨਾਂ ਸ਼ਬਦਾਂ ਨੂੰ ਥੋੜ੍ਹਾ ਜਿਹਾ ਆਪਣੇ ਧਿਆਨ ਦੇ ਵਿੱਚ ਲਿਆਉਂਦੇ ਜਾਈਏ। ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਇਹ ਜੁੜੀ ਬਖਸ਼ਿਸ਼ ਹੈ, ਜਿਨ੍ਹਾਂ ਦੇ ਵਿੱਚ ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਤਿਸ ਗੁਰ ਕੋ ਸਿਮਰੋ ਸਾਸ ਸਾਸ। ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ। ਕਹਿੰਦੇ ਉਸ ਗੁਰੂ ਨੂੰ ਮੈਂ ਸਵਾਸ ਸਵਾਸ ਯਾਦ ਰੱਖਾਂ। ਸਵਾਸਾਂ ਦੇ ਨਾਲ ਮਤਲਬ ਕਿ ਇਸ ਦਾ ਮਤਲਬ ਇਹ ਨਹੀਂ ਹੁੰਦਾ ਜਿਸ ਤਰ੍ਹਾਂ ਲਿਟਰਲੀ ਲੈ ਲਈਏ ਕਿ ਹਰ ਸਵਾਸ ਦੇ ਨਾਲ, ਇਹਦਾ ਮਤਲਬ ਕਿ ਸਾਡੇ ਪ੍ਰਾਣਾਂ ਦੇ ਵਿੱਚ ਵਸਿਆ ਹੋਇਆ ਹੋਵੇ। ਜਿਹੜੀ ਚੀਜ਼ ਸਾਡੇ ਅੰਦਰ ਧੁਰ ਵਸੀ ਹੋਈ ਹੈ, ਉਹਨੂੰ ਕੋਸ਼ਿਸ਼ ਕਰਕੇ ਵੀ ਅਸੀਂ ਆਪਣੇ ਵਿੱਚੋਂ ਬਾਹਰ ਨਹੀਂ ਕੱਢ ਸਕਦੇ। ਕਈ ਯਾਦਾਂ ਸਾਡੇ ਦਿਲ ਦੇ ਵਿੱਚ ਸਾਡੇ ਅੰਦਰ ਐਸੀਆਂ ਵਸੀਆਂ ਹੁੰਦੀਆਂ ਜਿਨ੍ਹਾਂ ਨੂੰ ਅਸੀਂ ਚਾਹੁੰਦੇ ਹੋਏ ਵੀ ਆਪਣੇ ਅੰਦਰੋਂ ਨਹੀਂ ਕੱਢ ਸਕਦੇ। ਇਉਂ ਸਮਝਣ ਦੀ ਕੋਸ਼ਿਸ਼ ਕਰੀਏ। ਯਾਦ ਕਰੋ, ਕੋਈ ਐਸੀਆਂ ਯਾਦਾਂ ਸਾਡੇ ਜੀਵਨ ਦੀਆਂ ਹੋਣ ਜਿਨ੍ਹਾਂ ਨੂੰ ਅਸੀਂ ਆਪਣੇ ਦਿਲ 'ਚੋਂ ਕੱਢਣਾ ਵੀ ਚਾਹੀਏ, ਚਾਹੇ ਉਹ ਮਾੜੀਆਂ ਹੋਣ ਚਾਹੇ ਉਹ ਚੰਗੀਆਂ ਹੋਣ। ਐਸਾ ਹੁੰਦਾ ਹੈ ਔਰ ਹਰ ਇੱਕ ਦੇ ਨਾਲ ਹੀ ਹੁੰਦਾ ਹੈ। ਜਿਹੜਾ ਸਤਿਗੁਰੂ ਦਾ ਪ੍ਰਾਣਾਂ ਦੇ ਵਿੱਚ ਵਸਣਾ, ਜਿਸ ਨੂੰ ਸਵਾਸ ਸਵਾਸ ਦੇ ਨਾਲ ਯਾਦ ਕਰਨਾ, ਉਹਦਾ ਮਤਲਬ ਇਹੋ ਹੀ ਹੁੰਦਾ ਹੈ। ਤੇ ਹੁਣ ਗੁਰੂ ਦੇ ਵਿੱਚ ਕਿਹੜੀ ਚੀਜ਼ ਯਾਦ ਰੱਖਣ ਵਾਲੀ, ਇਹ ਸੋਚਣੇ ਵਾਲੀ ਗੱਲ ਹੈ। ਜਦੋਂ ਕੋਈ ਇਨਸੀਡੈਂਟ, ਮੈਂ ਜਿਹੜੀ ਤੁਹਾਡੇ ਨਾਲ ਬੇਨਤੀ ਕਰ ਰਿਹਾ, ਕੋਈ ਜ਼ਿੰਦਗੀ ਦਾ ਇਨਸੀਡੈਂਟ ਤੇ ਐਸਾ ਹੋ ਸਕਦਾ ਜਿਹੜਾ ਤੁਹਾਨੂੰ ਕਦੇ ਨਾ ਭੁੱਲਦਾ ਹੋਵੇ, ਚਾਹੁੰਦੇ ਹੋਏ ਵੀ ਨਾ ਭੁਲਾ ਸਕੋ। ਲੇਕਿਨ ਗੁਰੂ ਦੇ ਵਿੱਚ ਸਾਡਾ ਗੁਰੂ ਦੇ ਨਾਲ ਕਿਹੜੀ ਐਸੀ ਘਟਨਾ ਘਟੀ ਹੈ, ਗੁਰੂ ਦੇ ਨਾਲ ਸਾਡਾ ਕਿਹੜਾ ਐਸਾ ਇਨਸੀਡੈਂਟ ਵਾਪਰਿਆ। ਕੋਈ ਇਨਸੀਡੈਂਟ ਵੀ ਹੋ ਸਕਦਾ, ਕੋਈ ਐਕਸੀਡੈਂਟ ਵੀ ਹੋ ਸਕਦਾ ਹੈ। ਐਕਸੀਡੈਂਟ ਨੂੰ ਅਸੀਂ ਪੰਜਾਬੀ 'ਚ ਦੁਰਘਟਨਾ ਕਹਿੰਦੇ, ਉਹ ਘਟਨਾ ਜਿਹਨੂੰ ਅਸੀਂ ਮਾੜੀ ਦਾ ਨਾਮ ਦਿੱਤਾ ਹੋਇਆ। ਗੁਰੂ ਦੇ ਬਚਨਾਂ ਦੇ ਵਿੱਚ ਵੀ ਐਸੀ, ਜਿਸ ਤਰ੍ਹਾਂ ਮੌਤ ਨੂੰ ਮਾੜਾ ਸਮਝਿਆ ਜਾਂਦਾ ਹੈ ਸਭ ਤੋਂ ਜ਼ਿਆਦਾ, ਠੀਕ ਹੈ ਜੀ, ਲੇਕਿਨ ਗੁਰਬਾਣੀ ਦੇ ਵਿੱਚ ਫਰਕ ਹੈ ਮੌਤ ਦਾ। ਪਰ ਗੁਰੂ ਦੀ ਬਾਣੀ ਦੇ ਵਿੱਚ ਇੱਕ ਜਗ੍ਹਾ ਤੇ ਮੌਤ ਨੂੰ ਬਹੁਤ ਚੰਗਾ ਕਿਹਾ ਹੈ, ਪਰ ਡਿਫਰੈਂਟ ਤਰੀਕੇ ਦੀ ਮੌਤ ਹੈ। ਇਸ ਵਾਸਤੇ ਮੈਂ ਬੇਨਤੀ ਕੀਤੀ ਹੈ ਕਿ ਗੁਰੂ ਦੇ ਨਾਲ ਰਿਲੇਟਡ ਸਾਡਾ ਕੋਈ ਇਨਸੀਡੈਂਟ ਵੀ ਹੋ ਸਕਦਾ, ਕੋਈ ਐਕਸੀਡੈਂਟ ਵੀ ਹੋ ਸਕਦਾ ਹੈ।
ਜਿਹਨੇ ਸਾਡੇ ਪਹਿਲੇ ਜੀਵਨ ਨੂੰ ਪੂਰੀ ਤਰ੍ਹਾਂ ਪਲਟ ਦਿੱਤਾ ਹੋਵੇ, ਜਿਸ ਜੀਵਨ ਨੂੰ ਅਸੀਂ ਆਨੰਦ ਦੇ ਨਾਲ ਮਾਣਦੇ ਹੋਈਏ, ਲੇਕਿਨ ਪਲਟਾ ਆ ਜਾਵੇ ਗੁਰੂ ਦੇ ਬਚਨਾਂ ਦੇ ਨਾਲ, ਤੇ ਉਹ ਆਲ ਆਫ ਏ ਸਡਨ ਉਹ ਸਾਰੇ ਦਾ ਸਾਰਾ ਸਾਨੂੰ ਭੈੜਾ ਲੱਗਣ ਲੱਗ ਪਵੇ, ਫਿਰ ਗੁਰੂ ਦੀ ਸਿੱਖਿਆ ਤੇ ਚੱਲ ਪਈਏ। ਐਸਾ ਕਬੀਰ ਸਾਹਿਬ ਦੇ ਨਾਲ ਹੋਇਆ ਤੇ ਬਹੁਤਿਆਂ ਦੇ ਨਾਲ ਇਸ ਸੰਸਾਰ ਦੇ ਅੰਦਰ ਬਹੁਤ ਭਗਤਾਂ ਦੇ ਨਾਲ, ਮਹਾਂਪੁਰਖਾਂ ਦੇ ਨਾਲ ਹੁੰਦਾ ਰਹਿੰਦਾ ਹੈ। ਔਰ ਹਰ ਇੱਕ ਧਰਮ ਦੇ ਵਿੱਚ ਇਹ ਘਟਨਾਵਾਂ ਘਟਦੀਆਂ। ਤੇ ਜਿਹੜਾ ਬਿਆਨ ਕਰ ਦਿੱਤਾ ਗੁਰੂ ਮਹਾਰਾਜ ਨੇ ਬਾਣੀ ਦੇ ਵਿੱਚ ਕਈ ਜਗ੍ਹਾ ਤੇ ਕੀਤਾ, ਤੇ ਕਬੀਰ ਸਾਹਿਬ ਨੇ ਵੀ ਐਸਾ ਕੀਤਾ। ਕਹਿੰਦੇ ਕਿ ਮੇਰੇ ਸਤਿਗੁਰੂ ਨੇ ਨਾ ਇੱਕ ਬਾਣ, ਇੱਕ ਤੀਰ ਮਾਰਿਆ ਸੀ। ਸਤਿਗੁਰੂ ਨੇ ਉੱਧਰੋਂ ਕਹਿੰਦੇ ਤੀਰ ਛੱਡਿਆ, ਜ਼ੁਬਾਨ ਦਾ, ਬਚਨ ਦਾ ਤੀਰ, ਖਿਆਲ ਦਾ ਤੀਰ, ਇੱਕ ਖਿਆਲ ਹੈ ਬਸ, ਤੇ ਉਹ ਕਹਿੰਦੇ ਵੱਜ ਗਿਆ ਸਿੱਧਾ ਸੀਨੇ ਦੇ ਵਿੱਚ। ਮਤਲਬ ਕਿ ਉਹ ਦਿਲ ਦੇ ਵਿੱਚ ਗੱਲ ਘਰ ਕਰ ਗਈ ਮੇਰੇ। ਉਸ ਤੋਂ ਬਾਅਦ ਕਹਿੰਦੇ ਉਸ ਇਨਸੀਡੈਂਟ ਨੇ ਮੇਰੀ ਪਹਿਲੀ ਜ਼ਿੰਦਗੀ ਨੂੰ ਖਤਮ ਕਰਕੇ ਰੱਖ ਦਿੱਤਾ, ਤਬਾਹ ਕਰ ਦਿੱਤਾ, ਬਰਬਾਦ ਕਰ ਦਿੱਤਾ, ਖਤਮ ਕਰ ਦਿੱਤਾ, ਮਾਰ ਦਿੱਤਾ ਮੈਨੂੰ। ਕਬੀਰ ਸਤਿਗੁਰ ਸੂਰਮੈ ਬਾਹਿਆ ਬਾਣ ਜੋ ਏਕ, ਬਸ ਇੱਕੋ ਹੀ। ਇੱਥੇ ਗੁਰੂ ਦੇ ਬਚਨ, ਬੜਿਆਂ ਦੇ ਬਚਨ ਅਨੇਕਾਂ ਹੀ, ਅਣਗਿਣਤ ਹੀ ਹੁੰਦੇ ਹਨ ਜਿਹੜੇ ਸਾਡੀ ਜ਼ਿੰਦਗੀ ਦੇ ਵਿੱਚ ਸਾਨੂੰ ਸੁਣੀਦੇ ਹਨ, ਲੇਕਿਨ ਉਹ ਸਾਡੇ ਦਿਲ ਦੇ ਤੱਕ ਨਹੀਂ ਪਹੁੰਚਦੇ, ਕੰਨਾਂ ਤੱਕ ਪਹੁੰਚਦੇ। ਥੋੜ੍ਹਾ ਬਹੁਤ ਅਸੀਂ ਉਹਨੂੰ ਫੋਲੋ ਕਰਕੇ ਅਗਾਂਹ ਨਿਕਲ ਜਾਈਦਾ ਹੈ। ਲੇਕਿਨ ਗੁਰੂ ਦੇ ਬਚਨ ਐਸੇ ਜਿਹੜੇ ਕਬੀਰ ਸਾਹਿਬ ਨੇ ਸੁਣੇ, ਉਹਨਾਂ ਬਚਨਾਂ ਨੂੰ ਸੁਣ ਕੇ ਉਹ ਕਹਿੰਦੇ ਕਿ ਮੈਂ ਤੇ ਮਰ ਗਿਆ। ਕਬੀਰ ਸਤਿਗੁਰ ਸੂਰਮੈ ਬਾਹਿਆ ਬਾਣ ਜੋ ਏਕ, ਲਾਗਤ ਹੀ ਭੋਏ ਗਿਰ ਪਰਿਆ। ਕਹਿੰਦੇ ਬਸ ਬਚਿਆ ਨਹੀਂ, ਖੜਾ ਹੋਣ ਜੋਗਾ ਵੀ ਨਹੀਂ ਰਿਹਾ ਉਹ ਤੀਰ ਖਾਣ ਤੋਂ ਬਾਅਦ। ਜਦੋਂ ਗੁਰੂ ਦੀ ਉਸ ਬਚਨ ਦਾ, ਉਸ ਉਪਦੇਸ਼ ਦਾ ਤੀਰ ਮੇਰੇ ਸਿੱਧਾ ਘਰ ਦੇ ਵਿੱਚ ਲੱਗਾ ਨਾ, ਹਿਰਦੇ ਵਿੱਚ, ਤਾਂ ਫਿਰ ਕਹਿੰਦੇ ਮੈਂ ਬਸ ਡਿੱਗ ਪਿਆ, ਫਿਰ ਮਰ ਗਿਆ। ਫਿਰ ਲਾਗਤ ਹੀ ਭੋਏ ਗਿਰ ਪਰਿਆ, ਪਰਿਆ ਕਰੇਜੇ ਸ਼ੇਕ। ਕਹਿੰਦੇ ਐਉਂ ਲੱਗਾ ਜਿਸ ਤਰ੍ਹਾਂ ਕਹਿੰਦੇ ਨਾ ਕਿ ਤੀਰ ਆਰ ਪਾਰ ਹੋ ਗਿਆ ਬੋਡੀ ਦੇ ਵਿੱਚੋਂ ਜੀ। ਐਸੇ ਤਰ੍ਹਾਂ ਕਹਿੰਦੇ ਕਿ ਮੇਰਾ ਹਿਰਦੇ ਨੂੰ ਵੀ ਛਲਣੀ ਕਰ ਗਿਆ। ਜੋ ਹਿਰਦੇ ਦੇ ਵਿੱਚ ਪਹਿਲਾਂ ਸੁਭਾਅ ਸੀ ਮੇਰਾ, ਉਹ ਕੰਪਲੀਟਲੀ ਚੇਂਜ ਕਰਕੇ ਚਲਾ ਗਿਆ। ਮੈਨੂੰ ਬਿਲਕੁਲ ਹੀ ਖਤਮ ਕਰ ਦਿੱਤਾ। ਜੋ ਮੈਂ ਪਹਿਲਾਂ ਸੀ ਉਹ ਹੁਣ ਰਿਹਾ ਹੀ ਨਹੀਂ। ਕਹਿੰਦੇ ਮੈਂ, ਉਹ ਕਹਿੰਦੇ ਪੂਰੀ ਤਰ੍ਹਾਂ ਖਤਮ ਹੋ ਗਿਆ। ਉਹ ਜਿਹੜਾ ਪੂਰੀ ਤਰ੍ਹਾਂ ਮੈਨੂੰ ਮਾਰ ਦਿੱਤਾ ਉਸ ਗੁਰੂ ਦੇ ਬਚਨ ਨੇ। ਉਹ ਜਿਹੜੀ ਗੱਲ, ਉਹ ਜਿਹੜੀ ਬੇਨਤੀ ਹੈ ਇਸ ਸ਼ਬਦ ਦੇ ਵਿੱਚ ਪੰਜਵੇਂ ਪਾਤਸ਼ਾਹ ਜੀ ਕਹਿੰਦੇ ਕਿ ਮੈਂ ਉਹਨੂੰ ਸਾਸ ਸਾਸ ਸਿਮਰਾਂ। ਉਹ ਕੋਈ ਬਚਨ ਹੈ ਜਿਹਨੂੰ ਮੈਂ ਜ਼ਿੰਦਗੀ ਦੇ ਵਿੱਚ ਐਸਾ ਇਨਸੀਡੈਂਟ ਜਾਂ ਐਕਸੀਡੈਂਟ ਜਿਹਨੂੰ ਮੈਂ ਕਹਿ ਰਿਹਾ ਕਿ ਜਿਹਨੇ ਮੇਰੀ ਜ਼ਿੰਦਗੀ ਤਬਦੀਲ ਕਰਕੇ ਰੱਖ ਦਿੱਤੀ, ਉਹਨੂੰ ਕਹਿੰਦੇ ਮੈਂ ਭੁੱਲ ਨਹੀਂ ਸਕਦਾ ਹੁਣ। ਉਹਨੂੰ ਸਵਾਸਾਂ ਦੇ ਨਾਲ ਮੈਂ ਯਾਦ ਕਰਦਾ। ਮਤਲਬ ਕਿ ਕੋਈ ਪਲ ਮੇਰੀ ਜ਼ਿੰਦਗੀ ਦਾ ਐਸਾ ਨਹੀਂ ਜਿਸ ਦੇ ਵਿੱਚ ਮੈਂ ਉਹਨੂੰ ਭੁੱਲ ਸਕਾਂ। ਨੈਕਸਟ ਜਿਹੜੀ ਗੱਲ ਕਰਦੇ ਆ ਨਾ, ਗੁਰ ਮੇਰੇ ਪ੍ਰਾਣ ਸਤਿਗੁਰ ਮੇਰੀ ਰਾਸ। ਰਾਸ ਸ਼ਬਦ ਅਸਲ 'ਚ ਰਾਸ਼ ਹੁੰਦਾ, ਰਾਸ਼ੀ। ਰਾਸ਼ੀ ਅਸੀਂ ਕਹਿੰਦੇ ਕੈਪੀਟਲ ਨੂੰ। ਉਹ ਪੈਸਾ ਜਿਹੜਾ ਅਸੀਂ ਇਨੀਸ਼ੀਅਲੀ ਕਿਸੇ ਬਿਜ਼ਨਸ ਦੇ ਵਿੱਚ ਲਾਉਂਦੇ ਹਾਂ, ਅਸੰਪਸ਼ਨ ਸਾਡੀ ਇਹ ਹੁੰਦੀ ਕਿ ਇਹ ਪੈਸਾ ਲਾ ਕੇ ਇਸ ਤੋਂ ਸਾਨੂੰ ਮੁਨਾਫਾ ਹੋਏਗਾ, ਉਹਨੂੰ ਰਾਸ਼ੀ ਕਹਿੰਦੇ, ਉਹਨੂੰ ਕੈਪੀਟਲ ਕਹਿੰਦੇ ਆ। ਤਾਂ ਗੁਰੂ ਮਹਾਰਾਜ ਕਹਿੰਦੇ ਕਿ ਗੁਰੂ ਹੀ ਮੇਰੀ ਜ਼ਿੰਦਗੀ ਹੈ, ਮੇਰੇ ਪ੍ਰਾਣ, ਮੇਰੀ ਲਾਈਫ ਵੀ ਗੁਰੂ ਹੈ। ਹੁਣ ਇਹ ਵੀ ਕਮਾਲ ਦੀ ਗੱਲ ਹੈ ਕਿ ਗੁਰੂ ਮੇਰੀ ਜ਼ਿੰਦਗੀ, ਗੁਰੂ ਮੇਰੇ ਪ੍ਰਾਣ ਕਿਸ ਤਰ੍ਹਾਂ ਹੋ ਸਕਦੇ ਹੈ? ਕਿਉਂਕਿ ਦੁਨੀਆ ਦੇ ਵਿੱਚ ਇੱਕ ਜਨਮ ਜਿਹੜਾ ਨਾ, ਸਾਧ ਸੰਗਤ ਜੀ ਧਿਆਨ ਦੇਣਾ ਕਿ ਇੱਕ ਜਨਮ ਜਿਹੜਾ ਮਾਂ ਬਾਪ ਦੇ ਸੰਬੰਧ ਦੇ ਨਾਲ ਸਾਡਾ ਹੋ ਜਾਂਦਾ ਹੈ। ਪਿਛਲੇ ਹਫ਼ਤੇ ਮੈਂ ਬੇਨਤੀ ਕੀਤੀ ਸੀ, ਜਨਮ ਦਿਨ ਸਾਡਾ ਗਲਤ ਹੁੰਦਾ ਹੈ ਕਿਉਂਕਿ ਅਸੀਂ ਉਸ ਦਿਨ ਤੋਂ ਜਨਮ ਗਿਣਦੇ ਹਾਂ ਹੋਇਆ ਜਿਸ ਦਿਨ ਤੋਂ ਅਸੀਂ ਦੁਨੀਆ ਦੇ ਵਿੱਚ ਮੂੰਹ ਲੈ ਕੇ ਆ ਜਾਂਦੇ ਹਾਂ ਆਪਣਾ। ਲੇਕਿਨ ਸ਼ੁਰੂਆਤ ਜਿਹੜੀ ਬਹੁਤ ਪਹਿਲਾਂ ਹੋ ਜਾਂਦੀ ਹੈ। ਤੋ ਜਿਹੜਾ ਕੁਦਰਤ ਦੇ ਨਿਯਮ ਅਨੁਸਾਰ 9 ਮਹੀਨੇ ਦਾ ਸਮਾਂ ਹੈ ਜਾਂ ਉਸ ਤੋਂ ਵੀ ਪਹਿਲਾਂ ਜਿਹੜਾ, ਚਲੋ ਇਸ ਪਾਸੇ ਨਾ ਜਾ ਕੇ ਇਸ ਪਾਸੇ ਆਈਏ ਜੋ ਗੁਰੂ ਮਹਾਰਾਜ ਜੀ ਇਹਨਾਂ ਬਚਨਾਂ ਦੇ ਵਿੱਚ ਬੇਨਤੀ ਕਰਦੇ। ਉਹ ਕਹਿੰਦੇ ਕਿ ਗੁਰ ਮੇਰੇ ਪ੍ਰਾਣ। ਹੁਣ ਇੱਕ ਜੀਵਨ ਜਿਹੜਾ ਮਾਂ ਬਾਪ ਤੋਂ ਮਿਲਿਆ, ਦੂਸਰਾ ਜੀਵਨ ਹੈ ਜਿਹੜਾ ਉਹ ਅਸਲੀ ਜੀਵਨ ਹੁੰਦਾ। ਸੋ ਪਹਿਲੇ ਜੀਵਨ ਨੂੰ ਕਈ ਵਾਰੀ, ਪਹਿਲੇ ਜੀਵਨ ਨੂੰ ਧਿਆਨ ਦੇਣਾ। ਉਹ ਜਿਹੜਾ ਪਹਿਲਾ ਜੀਵਨ ਹੈ ਉਸ ਦੇ ਵਿੱਚ ਅਸੀਂ ਆਪਣੀ ਮੱਤ ਦੇ ਨਾਲ, ਜੋ ਅਸੀਂ ਆਪਣੇ ਮਾਂ ਬਾਪ ਤੋਂ ਸਿੱਖਦੇ ਹਾਂ ਜਾਂ ਜੋ ਅਸੀਂ ਆਪਣੇ ਚੌਗਿਰਦੇ ਤੋਂ ਸਿੱਖਦੇ ਹਾਂ, ਐਟਮੋਸਫੀਅਰ ਤੋਂ ਸਿੱਖਦੇ ਹਾਂ, ਜਿਹੜਾ ਕੁਛ ਜਿਹਨੂੰ ਅਸੀਂ ਬਰੌਟ ਅਪ ਕਹਿ ਦਿੰਦੇ ਹਾਂ। ਸੋ ਜਿਸ ਤਰੀਕੇ ਦੀ ਸਾਡੀ ਬਰੌਟ ਅਪ ਹੁੰਦੀ ਹੈ, ਉਸ ਤਰ੍ਹਾਂ ਦੇ ਜੀਵਨ ਦੇ ਵਿੱਚੋਂ ਕਈ ਵਾਰੀ ਉਹ ਇੰਨਾ ਘਟੀਆ ਸਾਡਾ ਜੀਵਨ ਹੁੰਦਾ ਹੈ, ਉਸ ਜੀਵਨ ਨੂੰ ਗੁਰੂ ਮਹਾਰਾਜ ਦੀ ਬਾਣੀ ਕਈ ਵਾਰੀ ਸਾਨੂੰ ਕਾਂ, ਕਈ ਵਾਰੀ ਕੁੱਤਾ, ਕਦੀ ਸੂਰ, ਕਦੀ ਗਧਾ ਕਹਿੰਦੀ ਹੈ।
ਠੀਕ ਹੈ ਜੀ, ਇਨਸਾਨ ਦੇ ਜੀਵਨ ਨੂੰ। ਕਿਉਂਕਿ ਜਾਨਵਰ ਨੂੰ ਤਾਂ ਕਿਸੇ ਨੂੰ ਅੱਜ ਤੱਕ ਕੋਈ ਨਹੀਂ ਕਹਿੰਦਾ ਓਏ ਕੁੱਤਿਆ ਤੂੰ ਬੰਦਾ ਬਣ, ਬੰਦੇ ਨੂੰ ਕਹਿੰਦੇ ਕੁੱਤਿਆ ਬੰਦਾ ਬਣ, ਠੀਕ ਹੈ ਨਾ ਜੀ। ਸੋ ਗੁਰੂ ਦੀ ਬਾਣੀ ਵੀ ਸਾਰੀ ਜਿਹੜੀ ਮਨੁੱਖਤਾ ਨੂੰ ਇਹ ਸਮਝਾਉਂਦੀ ਹੈ ਕਿ ਕਈ ਵਾਰ ਉਹ ਜਿਹੜਾ ਤੇਰਾ ਪਹਿਲਾ ਜੀਵਨ ਹੁੰਦਾ ਉਹਦੇ ਵਿੱਚ ਕਾਂ ਦੀ ਵਿਰਤੀ ਤੇਰੀ ਹੁੰਦੀ ਹੈ, ਕਾਉਂ ਕਾਉਂ ਕਰਨ ਦੀ, ਬਹੁਤਾ ਬੋਲਣ ਦੀ। ਕਈ ਵਾਰੀ ਤੇਰੇ ਅੰਦਰ ਕੁੱਤੇ ਦੀ ਵਿਰਤੀ ਹੁੰਦੀ ਹੈ, ਬਸ ਖਾਣਾ ਹੀ ਹੈ, ਵੱਕ ਵੱਕ ਕਰੀ ਜਾਣਾ, ਭੌਂਕਣਾ ਹੈ, ਕੁੱਤੇ ਦੀ ਵਿਰਤੀ ਇਹ ਵੀ ਹੈਗੀ ਹੈ। ਗਧੇ ਦੀ ਵਿਰਤੀ ਹੈਗੀ ਹੈ ਕਿ ਮਲੇਟਣਾ ਮਿੱਟੀ ਦੇ ਵਿੱਚ। ਸੋ ਇਸ ਤਰ੍ਹਾਂ ਦੇ ਅੱਡ ਅੱਡ ਤਰ੍ਹਾਂ ਦੇ ਜਾਨਵਰ, ਸੱਪ ਦੇ ਨਾਲ ਕੰਪੇਅਰ ਕੀਤਾ ਬੰਦੇ ਨੂੰ ਕਿ ਉਹਦੀ ਵੀ ਲੰਬੀ ਉਮਰ ਹੁੰਦੀ ਹੈ, ਫਾਇਦਾ ਕੁਛ ਨਹੀਂ। ਇਸੇ ਤਰ੍ਹਾਂ ਤੇਰੀ ਉਮਰ ਦੇ ਵਿੱਚ ਵੀ ਜੇ ਪ੍ਰਮਾਤਮਾ ਦੀ ਯਾਦ ਨਹੀਂ ਤਾਂ ਫਾਇਦਾ ਇਹਦਾ ਵੀ ਕੁਛ ਨਹੀਂ ਹੈ, ਕਿਉਂਕਿ ਅਵਰਕਾਸ਼ ਤੇਰੇ ਕਿਤੇ ਨਾਕਾਮ। ਤੇ ਹੁਣ ਉਹ ਜਿਹੜਾ ਉਸ ਜੀਵਨ ਨੂੰ ਸਮਝਾਉਣ ਦੇ ਵਾਸਤੇ ਤੇ ਗੁਰੂ ਮਹਾਰਾਜ ਕਹਿੰਦੇ ਕਿ ਜਿਹੜਾ ਜੀਵਨ ਮਾਂ-ਬਾਪ ਤੋਂ ਮਿਲਿਆ ਸੀ ਉਹ ਤੋਂ ਬਾਅਦ ਪਤਾ ਨਹੀਂ ਕਿ ਉਸ ਜੀਵਨ ਦੇ ਵਿੱਚ ਤੇਰੇ ਵਿੱਚ ਕਿਹੜੇ ਕਿਹੜੇ ਜਾਨਵਰ ਦਾ ਪ੍ਰਭਾਵ ਹੋਣਾ ਹੈ, ਠੀਕ ਹੈ ਜੀ। ਤੇਰੀ ਆਤਮਾ ਜਿਹੜੀ ਆ ਉਹਦੇ ਉੱਪਰ ਕਿਹੜਾ ਕਿਹੜਾ ਜਾਨਵਰ ਜਾਗ ਰਿਹਾ ਹੈ। ਤੇ ਇਹਨੂੰ ਇਨਸਾਨ ਦਾ ਸਰੀਰ ਧਾਰ ਕੇ ਜੇਕਰ ਤੂੰ ਇਨਸਾਨ ਬਣਨਾ ਚਾਹੁੰਦਾ ਤੇ ਉਹਦੇ ਵਾਸਤੇ ਗੁਰੂ ਦੇ ਬਚਨ ਹਨ, ਗੁਰੂ ਗ੍ਰੰਥ ਸਾਹਿਬ ਜੀ ਦੇ ਬਚਨ ਹਨ, ਉਹਦੇ ਵਾਸਤੇ ਗੁਰੂ ਦਾ ਬਚਨ ਹੈ। ਇਸ ਵਾਸਤੇ ਜਿਸ ਦਿਨ ਉਹ ਵਚਨ ਮਿਲਣਾ, ਜਿਸ ਵੇਲੇ ਗੁਰੂ ਦੇ ਨਾਲ ਸਾਡੇ ਜੀਵਨ ਦੇ ਵਿੱਚ ਪਲਟਾ ਆ ਜਾਣਾ ਇੱਕਦਮ, ਜਿਸ ਤਰ੍ਹਾਂ ਕਬੀਰ ਦੀ ਜ਼ਿੰਦਗੀ 'ਚ ਆਇਆ, ਜਦੋਂ ਸਾਡੀ ਜ਼ਿੰਦਗੀ 'ਚ ਪਲਟਾ ਆ ਗਿਆ, ਉਸ ਜਨਮ ਨੂੰ ਗੁਰੂ ਜੀ ਦੀ ਬਾਣੀ ਦੇ ਵਿੱਚ ਇਉਂ ਕਿਹਾ ਕਿ ਕਹਿੰਦੇ ਸਤਿਗੁਰ ਕੈ ਜਨਮੈ ਗਵਣ ਮਿਟਾਇਆ। ਸਤਿਗੁਰੂ ਦੇ ਦਰ ਤੋਂ ਜਦੋਂ ਪੈਦਾ ਹੋਏ, ਜਦੋਂ ਸਤਿਗੁਰੂ ਦੇ ਘਰ ਦੇ ਵਿੱਚ ਪੈਦਾ ਹੋਏ, ਮਤਲਬ ਕਿ ਜਦੋਂ ਸਾਡੀ ਆਤਮਾ ਨੇ ਸਤਿਗੁਰੂ ਜੀ ਦੇ ਉਪਦੇਸ਼ ਨੂੰ ਸਵੀਕਾਰ ਕਰ ਲਿਆ, ਉਹਦੇ ਉੱਪਰ ਪੂਰੀ ਤਰ੍ਹਾਂ ਚੱਲਣ ਲੱਗ ਪਈ, ਉਹਦਾ ਪਹਿਲਾ ਜੀਵਨ ਖਤਮ ਹੋ ਗਿਆ। ਉਹ ਜਿਹੜਾ ਜਾਨਵਰਾਂ ਵਾਲਾ ਜੀਵਨ ਸੀ ਉਹ ਖਤਮ ਹੋ ਗਿਆ। ਉਸ ਵੇਲੇ ਜਦੋਂ ਉਹ ਸਤਿਗੁਰੂ ਦੇ ਜਨਮ ਦੇ ਵਿੱਚ ਆ ਕੇ, ਸਤਿਗੁਰੂ ਦੇ ਘਰ ਦੇ ਵਿੱਚ ਆਣ ਕੇ ਉਪਦੇਸ਼ ਦੇ ਨਾਲ ਜੀਣਾ ਸ਼ੁਰੂ ਕਰ ਦਿੱਤਾ, ਉਸ ਦਿਨ ਤੋਂ ਕਹਿੰਦੇ ਸਾਡਾ ਆਵਾਗਮਨ ਖਤਮ ਹੋ ਜਾਂਦਾ ਹੈ, ਆਵਾਗਮਨ ਖਤਮ ਹੋ ਜਾਂਦਾ। ਇਸ ਵਾਸਤੇ ਗੁਰ ਮੇਰੇ ਪ੍ਰਾਣ, ਇਸ ਵਾਸਤੇ ਗੁਰੂ ਮੇਰੀ ਜ਼ਿੰਦਗੀ ਹੈ, ਨਾ ਕਿ ਮਾਂ ਬਾਪ। ਗੁਰ ਮੇਰੇ ਪ੍ਰਾਣ ਕਹਿੰਦੇ ਇਸ ਵਾਸਤੇ ਮੈਂ ਤੇ ਸਮਝਦਾ ਕਿ ਗੁਰੂ ਅਸਲ ਦੇ ਵਿੱਚ ਮੇਰਾ ਗੁਰੂ ਹੀ ਮੇਰੀ ਜ਼ਿੰਦਗੀ ਹੈ। ਮੇਰੀ ਲਾਈਫ ਨੂੰ ਚੱਲਦਾ ਰੱਖਣ ਦੇ ਵਾਸਤੇ ਗੁਰੂ ਦੀ ਜ਼ਰੂਰਤ ਹੈ। ਉਸ ਤੋਂ ਬਾਅਦ ਸਤਿਗੁਰ ਮੇਰੀ ਰਾਸ਼ੀ, ਕਹਿੰਦੇ ਸਤਿਗੁਰੂ ਹੀ ਮੇਰੀ ਰਾਸ਼ੀ ਹੈ। ਤੇ ਹੁਣ ਮੈਨੂੰ ਕਹਿੰਦੇ ਕਿ ਜੀਵਨ ਦੇ ਵਿੱਚ ਲੋੜ ਨਹੀਂ ਪੈਂਦੀ, ਮਹਿਸੂਸ ਨਹੀਂ ਹੁੰਦੀ ਐਸੀ ਜ਼ਰੂਰਤ ਕਿ ਮੈਂ ਕੋਈ ਬਿਜ਼ਨਸ ਕਰਨਾ ਹੈ ਤੇ ਮੈਂ ਫਿਰ ਉਹਦੇ ਵਾਸਤੇ ਬੈਂਕ ਬੈਲੈਂਸ ਇਕੱਠਾ ਕਰਦਾ ਫਿਰਾਂ, ਉਹਦੇ ਵਾਸਤੇ ਮੈਂ ਕੋਈ ਧੋਖੇ ਧੜੀਆਂ ਕਰਦਾ ਫਿਰਾਂ। ਕਹਿੰਦੇ ਉਹਦੀ ਮੈਨੂੰ ਜ਼ਰੂਰਤ ਨਹੀਂ ਮਹਿਸੂਸ ਹੁੰਦੀ, ਕਿਉਂਕਿ ਆਤਮਿਕ ਜੀਵਨ ਚਲਾਉਣ ਦੇ ਵਾਸਤੇ ਉਹਦੀ ਜ਼ਰੂਰਤ ਨਹੀਂ ਹੈ। ਆਤਮਿਕ ਜੀਵਨ ਦੇ ਵਿੱਚ ਮੇਰੀ ਜਿਹੜੀ ਰਾਸ਼ੀ ਹੈ, ਜਿਹੜੀ ਮੇਰੀ ਪੂੰਜੀ ਹੈ, ਜਿਹੜਾ ਮੇਰਾ ਸਰਮਾਇਆ ਹੈ, ਉਹ ਸਭ ਤੋਂ ਕੀਮਤੀ ਚੀਜ਼ ਹੈ, ਉਹ ਹੈ ਗੁਰੂ ਦਾ ਨਾਮ, ਉਹ ਹੈ ਗੁਰੂ ਦਾ ਦਿੱਤਾ ਹੋਇਆ ਜੀਵਨ। ਔਰ ਉਸ ਨਾਮ ਨੂੰ, ਗੁਰੂ ਦੇ ਦਿੱਤੇ ਹੋਏ ਜੀਵਨ ਨੂੰ, ਗੁਰੂ ਜੀ ਦੀ ਬਾਣੀ ਦੇ ਵਿੱਚ ਹੀ ਇੱਕ ਐਸੀ ਜਗ੍ਹਾ ਸ਼ਬਦ ਇੱਕ ਹੈਗਾ, ਉਹਦੇ ਵਿੱਚ ਲਿਖਿਆ ਕਿ ਇਹ ਧਨ ਮੇਰੇ ਹਰ ਕੋ ਨਾਉ, ਗਾਂਠ ਨਾ ਬੰਧੋਂ ਵੇਚ ਨਾ ਖਾਉ। ਗਾਂਠ ਨਾ ਬੰਧੋਂ ਵੇਚ ਨਾ ਖਾਉ, ਕਹਿੰਦੇ ਨਾ ਇਹ ਮੈਂ ਗੱਠ ਮਾਰ ਕੇ ਬੰਨ੍ਹ ਸਕਦਾ, ਨਾ ਮੈਂ ਵੇਚ ਕੇ ਵੱਟ ਕੇ ਕੁਛ ਦਾ ਖਾ ਸਕਦਾ ਕਿ ਆਹ ਲਓ ਜੀ ਪੈਸੇ ਖਰਚੇ, ਕੁਛ ਚੀਜ਼ ਵਸਤ ਲੈ ਆਂਦੀ ਤੇ ਹੁਣ ਪੈਸੇ ਤਾਂ ਗਏ ਨਾ, ਚੀਜ਼ ਵਸਤ ਆ ਗਈ, ਚੀਜ਼ ਵਸਤ ਨੇ ਹੌਲੀ ਹੌਲੀ ਖਤਮ ਹੋਣਾ ਹੀ ਹੈ। ਕਹਿੰਦੇ ਐਸਾ ਨਹੀਂ ਹੁੰਦਾ। ਜਿਹੜਾ ਗੁਰੂ ਦਾ ਨਾਮ ਹੈ, ਜਿਹੜਾ ਪ੍ਰਮਾਤਮਾ ਦਾ ਨਾਮ ਹੈ, ਇਹ ਕਿਤੇ ਨਹੀਂ ਕਹਿੰਦੇ ਮੈਂ ਵੇਚ ਕੇ ਖਾ ਸਕਦਾ। ਇਸ ਵਾਸਤੇ ਨਾਮ ਦੀ ਮਹਾਨਤਾ, ਇਸੇ ਵਾਸਤੇ ਸਾਡੇ ਜੀਵਨ ਦੇ ਵਿੱਚ ਗੁਰੂ ਦੀ ਮਹਾਨਤਾ ਹੈ। ਤਾਂ ਮੇਰੇ ਸਤਿਗੁਰੂ ਜੀ ਇਹਨਾਂ ਪਿਆਰੇ ਬਚਨਾਂ ਦੇ ਵਿੱਚ ਬੜੀਆਂ ਕਮਾਲ ਦੀਆਂ ਗੱਲਾਂ ਕਰਦੇ, ਕਹਿੰਦੇ ਕਿ ਗੁਰ ਕੀ ਰੇਣ ਨਿਤ ਮੱਜਨ ਕਰੋ। ਕਹਿੰਦੇ ਗੁਰੂ ਦੇ ਚਰਨਾਂ ਦੀ ਧੂੜ ਹੋਵੇ, ਗੁਰੂ ਦੇ ਬਚਨ ਹੋਵੇ, ਗੁਰੂ ਦਾ ਉਪਦੇਸ਼ ਮੇਰੇ ਸਾਹਮਣੇ ਹੋਵੇ, ਮੇਰੇ ਜੀਵਨ ਦੇ ਵਿੱਚ ਵਸਿਆ ਹੋਇਆ ਹੋਵੇ, ਮੈਨੂੰ ਸੁਣਨੇ ਨੂੰ ਮਿਲਦਾ ਹੋਵੇ, ਮੈਨੂੰ ਪੜ੍ਹਨੇ ਕਰਨੇ ਵਾਸਤੇ ਮਿਲਦਾ ਹੋਵੇ, ਤਾਂ ਮੈਂ ਤਾਂ ਕਹਿੰਦੇ ਇਹਦੇ ਵਿੱਚ ਮੇਰੀ ਆਤਮਾ ਦਾ ਇਸ਼ਨਾਨ ਹੁੰਦਾ, ਮੇਰੀ ਆਤਮਾ ਹੋਰ ਧੋਈ ਜਾਂਦੀ ਹੈ, ਹੋਰ ਧੋਈ ਜਾਂਦੀ ਹੈ। ਇਹਦੇ ਨਾਲ ਜਨਮ ਜਨਮ ਕੀ ਹਉਮੈ ਮਲ ਹਰੋਂ, ਮੇਰੇ ਜਨਮਾਂ ਤੇ ਜਨਮਾਂਤਰਾਂ ਦੀ ਮੈਲ ਉਤਰਦੀ ਜਾਂਦੀ ਹੈ। ਇਸ ਜੀਵਨ ਦੀ ਵੀ, ਪੁਰਾਣੀ ਵੀ, ਸਾਰੀ ਧੋਈ ਜਾਂਦੀ ਹੈ। ਕਹਿੰਦੇ ਐਸੇ ਗੁਰੂ ਤੋਂ ਮੈਂ ਕੁਰਬਾਨ ਜਾਵਾਂ ਜਿਹਨੇ ਮੈਨੂੰ ਅੱਗ ਦੇ ਵਿੱਚੋਂ ਬਚਾ ਕੇ ਰੱਖਿਆ ਹੈ। ਇੱਕ ਅੱਗ, ਦੋ ਤਰ੍ਹਾਂ ਦੀ ਅੱਗ ਹੈ, ਵੈਸੇ ਅੱਗ ਦਾ ਕਈ ਤਰ੍ਹਾਂ ਦੀ ਅੱਗ ਹੈ, ਅਗਨੀਆਂ ਵੀ ਬਹੁਤ ਤਰ੍ਹਾਂ ਦੀਆਂ, ਠੀਕ ਹੈ ਜੀ, ਅਨੇਕਾਂ ਤਰ੍ਹਾਂ ਦੀਆਂ। ਲੇਕਿਨ ਜਿਹੜੀਆਂ ਮੇਨ, ਜਿੱਥੋਂ ਇਨਸਾਨ ਦਾ ਜੀਵਨ ਸ਼ੁਰੂ ਹੁੰਦਾ, ਇੱਕ ਮਾਤਾ ਦਾ ਪੇਟ, ਉਧਰ ਉਹਨੂੰ ਜਠਰ ਅਗਨ ਗਿਆ, ਉੱਥੇ ਪਰਮਾਤਮਾ ਦਾ ਨਾਮ ਬਚਾ ਕੇ ਰੱਖਦਾ। ਉਸ ਤੋਂ ਬਾਅਦ
ਜਦੋਂ ਇਨਸਾਨ ਦੁਨੀਆ ਦੇ ਵਿੱਚ ਆ ਜਾਂਦਾ, ਇੱਥੇ ਜਿਹੜੀ ਮਾਇਆ ਦੀ ਅੱਗ, ਤ੍ਰਿਸ਼ਨਾਵਾਂ ਦੀ ਅੱਗ, ਡਿਜ਼ਾਇਰਸ ਦੀ ਫਾਇਰ, ਉਹਨੂੰ ਸ਼ਾਂਤ ਕਰਨ ਦੇ ਵਾਸਤੇ ਗੁਰੂ ਹਮੇਸ਼ਾ ਆਪਣਾ ਨਾਮ ਦਿੰਦਾ ਹੈ। ਇਸੇ ਵਾਸਤੇ ਗੁਰੂ ਦੇ ਨਾਮ ਨੂੰ ਠੰਡਾ ਚੰਦਨ ਦੀ ਲੱਕੜੀ ਦੇ ਨਾਲ ਮਹਿਕ ਵਾਲਾ, ਇਹਨੂੰ ਚੰਦਰਮਾ ਦੀ ਠੰਡਕ ਦੇ ਨਾਲ ਇਸ ਨੂੰ ਤੁਲਨਾ ਦਿੱਤੀ ਗਈ ਹੈ। ਤੇ ਗੁਰਬਾਣੀ ਦੇ ਵਿੱਚ ਕਹਿੰਦਾ, ਚੰਦਨ ਚਾਂਦਨਾ ਸਰਦ ਰੁੱਤ, ਮੂਲ ਨਾ ਮਿਟਾਈ ਘਾਮ, ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ। ਕਹਿੰਦੇ ਸੀਤਲਤਾ ਜਾਂ ਠੰਡਕ, ਜਿਹੜੀ ਅੰਦਰ ਸ਼ਾਂਤੀ, ਜਿਹੜੀ ਨਾ ਅੰਦਰ ਸ਼ਾਂਤੀ ਆਉਂਦੀ ਹੈ, ਜਿਹਨੂੰ ਮਾਨਸਿਕ ਸ਼ਾਂਤੀ ਕਹਿੰਦੇ ਆ, ਮੈਂਟਲ ਪੀਸ, ਉਹ ਕੇਵਲ ਤੇ ਕੇਵਲ ਕਹਿੰਦੇ ਗੁਰੂ ਦੇ ਬਚਨਾਂ ਦੇ ਨਾਲ ਹੀ ਆਉਂਦੀ ਹੈ। ਇਸ ਵਾਸਤੇ ਕਹਿੰਦੇ ਮਹਾ ਅਗਨ ਤੇ ਹਾਥ ਦੇ ਰਾਖਾ, ਤਿਸ ਗੁਰ ਕੈ ਗ੍ਰਹਿ ਹਟੋਵੋਂ ਪਾਣੀ। ਹੁਣ ਉਹਨਾਂ ਸਮਿਆਂ ਦੀ ਗੱਲ ਹੈ, ਸਮੇਂ ਤੋਂ ਸਮੇਂ, ਟਾਈਮ ਟੂ ਟਾਈਮ ਜਿਹੜੀ ਸੇਵਾ ਦੇ ਤਰੀਕੇ ਬਦਲਦੇ ਹੈ। ਜਿਸ ਵੇਲੇ ਪਾਣੀ ਦੀ ਕਿੱਲਤ ਸੀ, ਪਾਣੀ ਦੂਰੋਂ ਮੀਲਾਂ ਤੋਂ ਜਾ ਕੇ ਲਿਆਉਣਾ ਪੈਂਦਾ ਸੀ, ਉਸ ਵੇਲੇ ਪਾਣੀ ਢੋਣਾ ਸਭ ਤੋਂ ਵੱਡੀ ਸੇਵਾ ਸੀ। ਉਸ ਵੇਲੇ ਸੰਗਤ ਨੂੰ ਪੱਖਾ ਕਰਨਾ ਵੀ ਬਹੁਤ ਵੱਡੀ ਸੇਵਾ ਸੀ। ਤਿਸ ਗੁਰ ਕੋ ਝੁਲਾਵੋਂ ਪਾਖਾ ਲਿਖਿਆ ਨਾ। ਲੇਕਿਨ ਜਦੋਂ ਸਮਾਂ ਬਦਲਦਾ ਹੈ, ਉਸ ਵੇਲੇ ਕਿਹੜੀ ਸੇਵਾ ਜ਼ਰੂਰੀ ਹੈ, ਉਹ ਇਨਸਾਨ ਨੇ ਸੋਚਣਾ ਹੁੰਦਾ ਹੈ। ਇਨਸਾਨ ਨੇ ਵੀ ਵਧਣਾ ਫੁੱਲਣਾ ਹੁੰਦਾ ਹੈ। ਜਿਹੜੀ ਐਵੋਲੂਸ਼ਨ ਹੈ, ਖਿਆਲਾਂ ਦੀ ਐਵੋਲੂਸ਼ਨ, ਉਹ ਹਮੇਸ਼ਾ ਇਨਸਾਨ ਨੂੰ ਚੱਲਦੀ ਰੱਖਣੀ ਚਾਹੀਦੀ ਹੈ। ਤਿਸ ਗੁਰ ਕੇ ਗ੍ਰਹਿ ਢੋਵੋਂ ਪਾਣੀ, ਜਿਸ ਗੁਰ ਤੇ ਅਕਾਲ ਗਤ ਜਾਣੀ। ਜਿਸ ਗੁਰੂ ਤੋਂ ਸਮਝ ਲੱਗੀ ਕਿ ਸਭ ਤੋਂ ਉੱਚੀ ਮਹਾਨ ਅਵਸਥਾ ਗਤ, ਜਿਹੜੀ ਸਮਝੀ ਨਹੀਂ ਜਾਂਦੀ ਸੀ, ਉਹ ਵੀ ਸਮਝ ਲੱਗ ਗਈ। ਤਿਸ ਗੁਰ ਕੇ ਗ੍ਰਹਿ ਪੀਸੋਂ ਨੀਤ। ਹੁਣ ਐਗਜ਼ਾਮਪਲ ਹੈ, ਮੈਂ ਬੇਨਤੀ ਕਰ ਰਿਹਾ ਕਿ ਮੈਟਾਫੋਰਸ ਆਉਂਦੇ ਆ ਗੁਰਬਾਣੀ ਦੇ ਵਿੱਚ। ਤਿਸ ਗੁਰ ਕੇ ਗ੍ਰਹਿ, ਉਸ ਗੁਰੂ ਦੇ ਘਰ ਦੇ ਵਿੱਚ ਮੈਂ ਕਹਿੰਦੇ ਆਟਾ ਪੀਸਾਂ ਨਿਤ। ਇੱਕ ਸਮਾਂ ਸੀ ਜਦੋਂ ਚੱਕੀਆਂ ਦੇ ਨਾਲ ਤੜਕੇ ਉੱਠ ਕੇ ਆਟਾ ਪੀਸਿਆ ਜਾਂਦਾ ਸੀ ਤੇ ਸ਼ਾਹ ਵੇਲੇ ਦੀ ਰੋਟੀ ਪੱਕਦੀ ਸੀ। ਹੁਣ ਉਹੀ ਆਟਾ ਜਿਹੜਾ ਪੈਕਟਸ ਦੇ ਵਿੱਚ ਆ ਜਾਂਦਾ, ਬਣਿਆ ਬਣਾਇਆ ਘਰ। ਠੀਕ ਹੈ ਜੀ। ਸਮਾਂ ਬਦਲ ਗਿਆ ਤਾਂ ਉਸ ਆਟਾ ਪੀਸਣ ਦੀ ਤਾਂ ਹੁਣ ਜ਼ਰੂਰਤ ਨਹੀਂ ਨਾ ਰਹਿ ਗਈ ਫਿਰ। ਲੇਕਿਨ ਇਨਸਾਨ ਨੇ ਆਪਣੇ ਅੰਦਰ ਆਪਣੀ ਆਤਮਾ ਤੇ ਇੱਕ ਐਸੀ ਤਰ੍ਹਾਂ ਚੱਲਦਾ ਰੱਖਣਾ, ਜਿਸ ਤਰ੍ਹਾਂ ਆਟਾ ਜਿਹੜਾ ਹਰ ਇੱਕ ਚੀਜ਼ ਮੈਟਾਫੋਰੀਕਲੀ ਯੂਜ਼ ਹੁੰਦੀ ਹੈ। ਚੱਕੀ ਦੇ ਵਿੱਚ ਦੋ ਪੁੜਾਂ ਦੇ ਵਿੱਚ ਦਾਣੇ ਪਿਸਦੇ ਹੈ ਤਾਂ ਆਟਾ ਬਣਦਾ ਹੈ। ਇਸੇ ਤਰ੍ਹਾਂ ਇਨਸਾਨ ਆਪਣੀਆਂ ਜਿਹੜੀ ਦੁਨਿਆਵੀ ਜਿਹੜੀ ਵਿਕਾਰਾਂ ਦੀ ਅੱਗ ਹੈ, ਇਹਦੇ ਵਿੱਚ ਸੜ ਰਿਹਾ, ਵਲ ਰਿਹਾ, ਤੇ ਇਹਦੇ ਵਿੱਚੋਂ ਬਚਣਾ ਜਿਹੜਾ ਉਹ ਉਸ ਤੋਂ ਵੀ ਔਖਾ ਹੈ। ਬਚਣ ਦੇ ਵਾਸਤੇ ਇਨਸਾਨ ਨੂੰ ਦੋ ਪੁੜਾਂ ਦੇ ਵਿੱਚ ਪੀਸਣ ਤੋਂ ਘੱਟ ਮਿਹਨਤ ਨਹੀਂ ਕਰਨੀ ਪੈਂਦੀ। ਇਹ ਸਾਰੀਆਂ ਚੀਜ਼ਾਂ ਮੈਟਾਫੋਰੀਕਲ ਯੂਜ਼ ਹੋਣੀਆਂ। ਜਿਸ ਪ੍ਰਸਾਦ ਬੈਰੀ ਸਭ ਮੀਤ, ਜਿਹਦੀ ਕਿਰਪਾ ਦੇ ਨਾਲ ਸਾਰੇ ਮੇਰੇ ਵੈਰੀ ਮਿੱਤਰ ਬਣ ਜਾਣ। ਐਸਾ ਕਦੇ ਨਹੀਂ ਹੁੰਦਾ। ਜਿਹਨੇ ਤੁਹਾਡੇ ਨਾਲ ਵੈਰ ਕਮਾਉਣਾ, ਉਹਨੇ ਤੇ ਵੈਰ ਛੱਡਣਾ ਕੋਈ ਨਹੀਂ, ਲੇਕਿਨ ਤੁਸੀਂ ਆਪਣੇ ਅੰਦਰੋਂ ਵੈਰ ਕੱਢ ਸਕਦੇ ਹੋ। ਨਾ ਵੈਰੀ ਚੰਗਾ, ਨਾ ਵੈਰ ਚੰਗਾ। ਇਸੇ ਵਾਸਤੇ ਗੁਰੂ ਮਹਾਰਾਜ ਜੀ ਨੇ ਕਿਰਪਾ ਕੀਤੀ, ਸਮਝਾਇਆ ਸੀ ਕਿ ਪ੍ਰਮਾਤਮਾ ਜਿਹੜਾ ਨਾ, ਉਹ ਨਫ਼ਰਤ ਨਹੀਂ ਕਰਦਾ ਕਿਸੇ ਦੇ ਨਾਲ। ਪ੍ਰਮਾਤਮਾ ਨਿਰਵੈਰ ਹੈ। ਤੇ ਪ੍ਰਮਾਤਮਾ ਦਾ ਇਹ ਗੁਣ ਸਾਨੂੰ ਆਪਣੇ ਅੰਦਰ ਵੀ ਲਿਆਉਣਾ ਪੈਣਾ ਜੇ ਗੁਰੂ ਦੇ ਬਣਨਾ, ਜੇ ਗੁਰੂ ਦੀ ਗੱਲ ਸੁਣਨੀ ਹੈ ਤਾਂ। ਜਿਨ ਗੁਰ ਮੋਕੋ ਦੀਨਾ ਜੀਓ, ਕਹਿੰਦੇ ਜਿਹਨੇ ਮੈਨੂੰ ਆਪਣਾ ਜੀ ਦੇ ਦਿੱਤਾ, ਮੇਰੀ ਆਤਮਾ ਦੇ ਦਿੱਤੀ, ਆਪਣਾ ਦਾਸਰਾ ਆਪੇ ਮੁੱਲ ਲਿਓ। ਜਿਸ ਗੁਰੂ ਨੇ ਕਿਰਪਾ ਕਰਕੇ ਮੈਨੂੰ ਆਪਣਾ ਦਾਸ ਬਣਾ ਲਿਆ। ਜਿਸ ਤਰ੍ਹਾਂ ਮੁੱਲ ਖਰੀਦੀ ਲਾਲਾ ਗੋਲਾ, ਮੇਰਾ ਨਾਉ ਸੁਭਾਗਾ, ਗੁਰ ਕੀ ਬਚਨੀ ਹਾਟ ਵਿਕਾਨਾ, ਜਿਤ ਲਾਇਆ ਤਿਤ ਲਾਗਾ। ਤੇਰੇ ਲਾਲੇ ਕਿਆ ਚਤਰਾਈ, ਸਾਹਿਬ ਕਾ ਹੁਕਮ ਨਾ ਕਰਨਾ ਜਾਈ। ਕਹਿੰਦੇ ਤੂੰ ਮੈਨੂੰ ਆਪਣਾ ਗੋਲਾ, ਆਪਣਾ ਲਾਲਾ ਬਣਾ ਲਿਆ, ਆਪਣਾ ਗੁਲਾਮ ਬਣਾ ਲਿਆ। ਇਹਦੇ ਨਾਲੋਂ ਮੇਰੇ ਤੇ ਵੱਡੀ ਹੋਰ ਕਿਰਪਾ ਕੀ ਹੋ ਸਕਦੀ ਹੈ। ਗੁਲਾਮ ਦਾ ਮਤਲਬ ਹੁੰਦਾ ਕਿ ਜੋ ਮਾਲਕ ਨੇ ਆਰਡਰ ਕਰ ਦਿੱਤਾ ਉਹੀ ਕਰਨਾ। ਹੁਣ ਕਹਿੰਦੇ ਕਿ ਜੋ ਤੂੰ ਕਹਿੰਦਾ ਮੈਂ ਉਹੀ ਕਰਦਾ। ਮੈਨੂੰ ਸੋਚਣਾ ਨਹੀਂ ਪੈਂਦਾ, ਮੈਨੂੰ ਆਪਣੇ ਦਿਮਾਗ 'ਤੇ ਜ਼ੋਰ ਨਹੀਂ ਦੇਣਾ ਪੈਂਦਾ ਕਿ ਮੈਂ ਕੀ ਕਰਾਂ, ਕਿਉਂਕਿ ਮੈਨੂੰ ਡਾਇਰੈਕਸ਼ਨ ਤੂੰ ਦੇਈ ਜਾ ਰਿਹਾ, ਹਰ ਪਲ ਦੇ ਉੱਤੇ ਡਾਇਰੈਕਸ਼ਨ ਦੇਈ ਜਾਣ ਡਿਆ। ਇਹਦੇ ਨਾਲੋਂ ਵੱਡੀ ਹੋਰ ਕਿਰਪਾ ਕੀ ਹੋ ਸਕਦੀ ਹੈ। ਤੋ ਇਹ ਜਿਹੜੀਆਂ ਚੀਜ਼ਾਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਹਨਾਂ ਬਚਨਾਂ ਦੇ ਵਿੱਚ ਦੱਸਦੇ ਆ। ਆਪੇ ਲਾਇਓ ਆਪਣਾ ਪਿਆਰ, ਸਦਾ ਸਦਾ ਤਿਸ ਗੁਰ ਕੋ ਕਰੀ ਨਮਸਕਾਰ। ਜਿਹਨੇ ਕਹਿੰਦੇ ਆਪਣਾ ਪਿਆਰ ਵੀ ਆਪੇ ਲਾਇਆ ਮੈਨੂੰ, ਮੇਰੀ ਕੋਸ਼ਿਸ਼ ਨਹੀਂ ਸੀ ਪਿਆਰ ਕਰਨ ਦੀ, ਕਹਿੰਦੇ ਆਪੇ ਲਾ ਦਿੱਤਾ ਉਹਨੇ। ਠੀਕ ਹੈ ਜੀ। ਤਾਂ ਉਹਨੇ ਆਪ ਹੀ ਪਿਆਰ ਮੈਨੂੰ ਆਪਣਾ ਬਖਸ਼ਿਸ਼ ਕਰ ਦਿੱਤਾ। ਕਹਿੰਦੇ ਉਹਦੇ ਤੋਂ ਉਹਨੂੰ ਮੈਂ ਨਮਸਕਾਰ ਕਰਦਾ। ਫਿਰ ਕਹਿੰਦੇ ਕਿ ਕਾਲ ਕਲੇਸ਼ ਭੈ ਭ੍ਰਮ ਦੁੱਖ ਲਾਥਾ, ਮੇਰੇ ਸਾਰੀ ਕਲਾ ਜਿਹੜੀ ਅੰਦਰੋਂ ਖਤਮ ਹੋ ਗਈ।
ਕਲਪਨਾ ਖਤਮ ਹੋ ਗਈ। ਮੇਰੇ ਅੰਦਰੋਂ ਇੱਕ ਡਰ ਸਹਿਮ ਜਿਹੜਾ ਹਰ ਵੇਲੇ ਬਣਿਆ ਰਹਿੰਦਾ ਸੀ ਵਿਕਾਰਾਂ ਦਾ, ਉਹ ਖਤਮ ਹੋ ਗਿਆ। ਕਾਲ ਕਲੇਸ਼ ਭੈ ਭਰਮ ਹੁੰਦੀ ਹੈ ਭਟਕਣਾ, ਭੁਲੇਖੇ ਦੇ ਵਿੱਚ ਰਹਿ ਕੇ ਭਟਕਣਾ, ਭੁਲੇਖੇ ਦੇ ਵਿੱਚ, ਠੀਕ ਹੈ ਜੀ, ਇਲੂਜ਼ਨ ਦੇ ਵਿੱਚ ਫਸਿਆ ਹੋਇਆ ਸੀ। ਉਹ ਕਹਿੰਦੇ ਸਾਰੇ ਦਾ ਸਾਰਾ ਦੁੱਖ ਮੇਰਾ ਖਤਮ ਹੋ ਗਿਆ। ਕਹੋ ਨਾਨਕ ਮੇਰਾ ਗੁਰ ਸਮਰੱਥਾ, ਕਹਿੰਦੇ ਮੇਰਾ ਗੁਰੂ ਸਮਰੱਥ ਹੈ, ਮਤਲਬ ਕਿ ਉਹ ਕਰਨ ਯੋਗ ਹੈ। ਹੀ ਇਜ਼ ਕੇਪੇਬਲ ਆਫ ਡੂਇੰਗ ਦ ਥਿੰਗਸ ਹੀ ਹੈਜ਼ ਡਨ। ਇਸ ਵਾਸਤੇ ਕਹਿੰਦੇ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ। ਇਸ ਵਾਸਤੇ ਇਹ ਕਾਰਨ ਹੈ ਕਿ ਮੈਂ ਆਪਣੇ ਗੁਰੂ ਨੂੰ ਨਮਸਕਾਰ ਕਰਦਾ। ਮੇਰਾ ਸਤਿਗੁਰੂ ਕਿਰਪਾ ਕਰ ਰਿਹਾ ਮੇਰੇ ਤੇ। ਤੇ ਹੁਣ ਕੀ ਹੁੰਦਾ ਕਿ ਸਤਿਗੁਰ ਸੇਵਿਐ ਸਦਾ ਸੁਖ, ਜਨਮ ਮਰਨ ਦੁੱਖ ਜਾਏ, ਚਿੰਤਾ ਮੂਲ ਨਾ ਹੋਵਈ, ਅਚਿੰਤ ਵਸੈ ਮਨ ਆਏ। ਕੋਈ ਚਿੰਤਾ ਨਹੀਂ, ਕੋਈ ਫਿਕਰ ਨਹੀਂ, ਕੋਈ ਗਮ ਨਹੀਂ ਰਹਿ ਗਿਆ। ਇਸ ਵਾਸਤੇ ਮੇਰੇ ਸਤਿਗੁਰੂ ਜੀ ਇਹਨਾਂ ਬਚਨਾਂ ਦੇ ਵਿੱਚ ਜਿਹੜੀ ਕਿਰਪਾ ਕੀਤੀ ਹੈ ਨਾ, ਬੜੀ ਕਮਾਲ ਦੀ ਕਿਰਪਾ ਹੈ। ਇਸ ਵਾਸਤੇ ਸਾਨੂੰ ਕੀ ਕਰਨਾ ਚਾਹੀਦਾ? ਆਪਣੇ ਆਪ ਨੂੰ ਸਮਝਾਈਏ ਕਿ ਮਨ ਮੈਂ ਹੈ ਰਾਮ ਨਾਮਾ ਜਾਪ, ਗਾਂ ਕਹੀਏ ਕਰ ਕਿਰਪਾ ਵਸੋ ਮੇਰੇ ਹਿਰਦੈ। ਇਹ ਅਸੀਂ ਬੇਨਤੀ ਕਰਨੀ ਹੈ। ਅਸੀਂ ਆਪਣੇ ਮਨ ਨੂੰ ਕਿਹਾ ਕਿ ਮਨ ਮੈਂ ਰਾਮ ਨਾਮਾ ਜਾਪ, ਆਪਣੇ ਮਨ ਦੇ ਵਿੱਚ ਵਾਹਿਗੁਰੂ ਜੀ ਦੇ ਨਾਮ ਦਾ ਜਾਪ। ਤੇ ਵਾਹਿਗੁਰੂ ਨੂੰ ਕੀ ਕਹਿਣਾ ਕਿ ਵਾਹਿਗੁਰੂ ਜੀ ਇਸ ਮਨ ਦੇ ਵਿੱਚ ਆਣ ਵਸੋ, ਕਰ ਕਿਰਪਾ ਵਸੋ ਮੇਰਾ ਹਿਰਦੈ, ਹੋਏ ਸਹਾਈ ਆਪ। ਆਪ ਸਹਾਈ ਹੋ ਜਾਵੋ, ਮੇਰੇ ਜੀਵਨ ਨੂੰ ਸੋਹਣਾ ਜੀਵਨ ਬਖਸ਼ਿਸ਼ ਕਰੋ। ਮੇਰੇ ਜੀਵਨ ਦੇ ਵਿੱਚ ਆਪਣਾ ਨਾਮ ਦਿਓ ਤਾਂ ਕਿ ਮੈਂ ਤੁਹਾਡੇ ਨਾਮ ਦੇ ਸਹਾਰੇ ਜੀ ਸਕਾਂ। ਇਹ ਸ਼ਬਦ ਪੜ੍ਹ ਕੇ ਸਮਾਪਤੀ ਕਰਾਂਗੇ। ਤੋ ਮਨ ਮੈਂ ਰਾਮ ਨਾਮਾ ਜਾਪ। ਮਨ ਮੈਂ ਰਾਮ ਨਾਮਾ ਜਾਪ, ਕਰ ਕਿਰਪਾ ਬਸੋ ਮੇਰੇ ਹਿਰਦੈ, ਹੋਏ ਸਹਾਈ ਆਪ। ਮਨ ਮੈਂ ਰਾਮ ਨਾਮਾ ਜਾਪ, ਕਰ ਕਿਰਪਾ ਬਸੋ ਮੇਰੇ ਹਿਰਦੈ, ਹੋਏ ਸਹਾਈ ਆਪ। ਮਨ ਮੈਂ ਰਾਮ ਨਾਮਾ ਜਾਪ, ਮਨ ਮੈਂ ਰਾਮ ਨਾਮਾ ਜਾਪ। ਉਦਮ ਕਰੋ ਕਰਾਵੋ ਠਾਕੁਰ, ਪੇਖਤ ਸਾਧੂ ਸੰਗ, ਹਰ ਹਰ ਨਾਮ ਚਰਾਵੋ ਰੰਗਣ, ਆਪੇ ਹੀ ਪ੍ਰਭ ਰੰਗ। ਮਨ ਮੈਂ ਰਾਮ ਨਾਮਾ ਜਾਪ, ਕਰ ਕਿਰਪਾ ਬਸੋ ਮੇਰੇ ਹਿਰਦੈ, ਹੋਏ ਸਹਾਈ ਆਪ। ਮਨ ਮੈਂ ਰਾਮ ਨਾਮਾ ਜਾਪ, ਮਨ ਮੈਂ ਰਾਮ ਨਾਮਾ ਜਾਪ। सुन सुन नाम तुम्हारा प्रीतम, प्रभ पेखुण का चाओ। दया करो किरमु अपने को, ये है मनोरथ स्वाओ। ये है मनोरथ स्वाओ। मन में राम नाम जाप, कर कृपा बसो मेरे हृदय, होए सहाई आप। मन में राम नाम जाप, मन में राम नाम जाप। तन तन तेरा तू प्रभ मेरा, हमरे बस किछ नाहे।
ਜਿਉਂ ਜਿਉਂ ਰਾਖੇ ਤਿਉਂ ਤਿਉਂ ਰਹਿਣਾ, ਤੇਰਾ ਦੀਆ ਖਾਹੇ, ਤੇਰਾ ਦੀਆ ਖਾਹੇ। ਮਨ ਮੈਂ ਰਾਮ ਨਾਮ ਜਾਪ, ਮਨ ਮੈਂ ਰਾਮ ਨਾਮ ਜਾਪ। ਕਰ ਕਿਰਪਾ ਵਸੋ ਮੇਰੇ ਹਿਰਦੈ, ਹੋਏ ਸਹਾਈ ਆਪ। ਮਨ ਮੈਂ ਰਾਮ ਨਾਮ ਜਾਪ, ਮਨ ਮੈਂ ਰਾਮ ਨਾਮ ਜਾਪ। ਜਨਮ ਜਨਮ ਕੇ ਕਿਲ ਵਿਖ ਕਾਟੇ, ਮਜਨ ਸਾਧੂ ਤੂਰ। ਪਾਏ ਭਗਤ ਪਰਮ ਪਾਉਨਾਸੈ, ਹਰ ਨਾਨਕ ਸਦਾ ਹਜ਼ੂਰ। ਹਰ ਨਾਨਕ ਸਦਾ ਹਜ਼ੂਰ। ਮਨ ਮੈਂ ਰਾਮ ਨਾਮ ਜਾਪ, ਕਰ ਕਿਰਪਾ ਵਸੋ ਮੇਰੇ ਹਿਰਦੈ, ਹੋਏ ਸਹਾਈ ਆਪ। ਮਨ ਮੈਂ ਰਾਮ ਨਾਮ ਜਾਪ, ਕਰ ਕਿਰਪਾ ਵਸੋ ਮੇਰੇ ਹਿਰਦੈ, ਹੋਏ ਸਹਾਈ ਆਪ। ਮਨ ਮੈਂ ਰਾਮ ਨਾਮ ਜਾਪ, ਮਨ ਮੈਂ ਰਾਮ ਨਾਮ ਜਾਪ। ਕਰ ਕਿਰਪਾ ਵਸੋ ਮੇਰੇ ਹਿਰਦੈ, ਹੋਏ ਸਹਾਈ ਆਪ। ਹੋਏ ਸਹਾਈ ਆਪ, ਹੋਏ ਸਹਾਈ ਆਪ। ਮਨ ਮੈਂ ਰਾਮ ਨਾਮ ਜਾਪ। ਵਾਹਿਗੁਰੂ ਜੀਓ ਸਿੱਖੋ ਸ਼ਬਦ ਪਿਆਰਿਓ, ਜਨਮ ਮਰਨ ਕੀ ਟੇਕ। ਮੁਖ ਉਜਲ ਸਦਾ ਸੁਖੀ, ਨਾਨਕ ਸਿਮਰਤ ਏਕ ਇਕ ਓੰਕਾਰ। ਸਤਿਗੁਰ ਪ੍ਰਸਾਦ ਰਾਮਕਲੀ ਮਹਿਲਾ ਤੀਜਾ। ਆਨੰਦ ਆਨੰਦ ਪਿਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਵਾਰ ਭਰੀਆਂ, ਸ਼ਬਦ ਗਾਵਣ ਆਈਆਂ। ਸ਼ਬਦੋ ਤੰਗਾਵੋ ਹਰੀ ਕੇਰਾ, ਮਨ ਜਨੀ ਬਸਾਇਆ। ਕਹਿ ਨਾਨਕ ਆਨੰਦ ਹੋਆ, ਸਤਿਗੁਰੂ ਮੈਂ ਪਾਇਆ। ਇਹ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ, ਹਰ ਨਾਲ ਰਹੋ ਤੂੰ ਮਨ ਮੇਰੇ। ਦੁਖ ਸਭ ਵਿਸਾਰਣਾ, ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ। ਸਭਨਾ ਗਲਾ ਸਮਰੱਥ ਸੁਆਮੀ, ਸੋ ਕਿਉ ਮਨੋ ਵਿਸਾਰੇ। ਕਹਿ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰ ਤੇਰੇ, ਕਰਤਾ ਤੇਰੇ ਸਭ ਕਿਛ ਹੈ। ਜਿਸ ਦੇਹ ਸੋ ਪਾਵੇ, ਸਦਾ ਸਿਫਤ ਸਲਾਹ ਤੇਰੀ। ਨਾਮ ਮਨ ਵਸਾਵੇ, ਨਾਮ ਜਿਨ ਕੈ ਮਨ ਵਸਿਆ। ਵਾਜੇ ਸ਼ਬਦ ਕਨੇਰੇ, ਕਹਿ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ। ਸਾਚਾ ਨਾਮ ਮੇਰਾ ਆਧਾਰ, ਸਾਚ ਨਾਮ ਆਧਾਰ ਮੇਰਾ। ਜਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਨ ਆਏ ਵਸਿਆ। ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਬਿਟਹੁ। ਜਿਸ ਦੀਆਂ ਇਹ ਵਡਿਆਈਆਂ, ਕਹਿ ਨਾਨਕ ਸੁਣੋ ਸੰਤੋ ਸ਼ਬਦ ਧਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰ, ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੈ। ਘਰ ਸੁਭਾਗੈ ਸ਼ਬਦ ਵਾਜੇ, ਕਲਾ ਜਿਤ ਕਰ ਧਾਰਿਆ। ਪੰਜ ਦੂਤ ਤੁਧ ਵਸ ਕੀਤੇ, ਕਾਲ ਕੰਟਕ ਮਾਰਿਆ। ਤੁਰ ਕਰਮ ਪਾਇਆ ਤੁਧ ਜਿਨ ਕੋ ਸਿਨਾਮ ਹਰ ਕੇ ਲਾਗੇ। ਕਹਿ ਨਾਨਕ ਤੈ ਸੁਖ ਹੋਆ, ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਬੜ ਭਾਗੀ ਹੋ, ਸਗਲ ਮਨੋਰਥ ਪੂਰੇ। ਵਾਰ ਬ੍ਰਹਮ ਪ੍ਰਭ ਪਾਇਆ, ਉਤਰੇ ਸਗਲ ਵਿਸੂਰੇ। ਦੁਖ ਰੋਗ ਸੰਤਾਪ ਉਤਰੇ, ਸੋਹਣੀ ਸੱਚੀ ਬਾਣੀ। ਸੰਤ ਸਾਜਨ ਭੈ ਸਰਸ, ਪੂਰੇ ਗੁਰ ਤੇ ਜਾਣੀ। ਸੋਹਣੇ ਤੇ ਪੁਨੀਤ ਕਹਿਤੇ ਪਵਿੱਤ, ਸਤਿਗੁਰ ਰਹਿਆ ਭਰਪੂਰੇ।
ਬਿਰਵੰਤ ਨਾਨਕ ਗੁਰ ਚਰਨ ਲਾਗੇ, ਚਰਨ ਲਾਗੇ ਗੁਰ ਚਰਨ ਲਾਗੇ, ਬਾਜੇ ਅਨਹਦ ਤੂਰ, ਜੀ ਆਨੰਦ ਸੋਣਾ ਬੜ ਭਾਗਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੂੰ ਠਾਕੁਰ ਤੁਮ ਪਹਿ ਅਰਦਾਸ, ਜਿਉ ਪਿੰਡ ਸਭ ਤੇਰੀ ਰਾਸ। तुम मात पिता हम बारक तेरे, तुमरी कृपा में सुख नेरे। कोई न जाने तुमरा अंत, ऊंचे ते ऊंचा भगवंत। सगल समगरी तुमरे सूत्र धारी, तुमरे होए सो आज्ञाकारी। तुमरी गत मित तुम ही जानी, नानक दास सदा कुर्बानी। वाहिगुरु वाहिगुरु वाहिगुरु। अरदास एक ओंकार वाहिगुरू जी की फतेह। श्री भगवती जी सहाय वार। श्री भगवती जी की पातशाही दसवीं। प्रथम भगवती सिमर कह गुरु नानक ने ध्याए, फिर अंगद गुर के अमरदास रामदास हुए सहाय। अर्जन हर गोबिंद सिमरो श्री हर राय। श्री हर कृष्ण ध्याइया जिस डिठे सब पुत गाए, तेग बहादुर सिमरिया कारण उन्हें ध्यावै ताए, सब ठाई होए सहाय। दसवें पिता गुरु गोबिंद सिंह जी महाराज सब ठाई होना जी सहाय। दसां पातशाहियां दी जोत श्री गुरु ग्रंथ साहब जी दे पाठ दी दात दा ध्यान करके बोलो जी। पंजा प्यारियां चौहां साहबजादियां 40 मुक्तियां शहीदां मुरीदां हठियां जपियां तपियां जिन्हां नाम जपिया वंड के छकिया। देख चलाई तेग वाही देख के अंडिठ कीता, गुरुद्वारियां दे सेवा सुधार हित कुर्बानियां कीतियां। धर्म ने हारिया सिक्खी के सुआसां संग निभाई। तिन्हां ਸਿੰਘਾਂ ਸਿੰਘਣੀਆਂ पूजनगियां दी कमाई दा ध्यान करके खालसा जी बोलो जी। जिन्हां ਸਿੰਘਾਂ ਸਿੰਘਣੀਆਂ ने धर्म हेत सीस दिते, बंद बंद कटवाए, खोपड़ियां लोहाइयां तन आरियां नाल चराए, उबलदियां देगां विचों बाले गए। होर अनेक तरह के कष्ट सहारदियां शहीदियां पाइयां, सिक्खी केसां सुआसां संग निभाई। तिन्हां ਸਿੰਘਾਂ ਸਿੰਘਣੀਆਂ ਭੁਜੰਗੀਆਂ ਦੀ कमाई का ध्यान कर खालसा जी बोलो जी। पंजां तख्तां सरबत गुरुद्वारियां का ध्यान करके बोलो जी। प्रथम है सरबत खालसा जी की अरदास। सरबत खालसा जी को वाहेगुरु वाहेगुरु वाहेगुरु। चित आवे चित आवन का सबका सर्व सुख हुए। जहाँ जहाँ खालसा जी साहब तहाँ तहाँ रक्षा रियायत देख देख फतेह बिरद की पैज पंथ की जीत। श्री साहब जी सहाय खालसा जी के बोल वाले बोलो जी। सिखा नूं सिखी दान, केश दान, रहत दान, विवेक दान, विसाख दान, भरोसा दान, धन असर दान, नाम दान। श्री अमृतसर जी दे इशनान चौंकियां झंडे गूंगे, जुगो जुगो अटल धर्म का जयकार बोलो जी। सिखा दा मन नीवा मत उची, मत दा रखा वाहिगुरू। अकाल पुरख प्रजामी जी पंथ दे सदा सहाई दातार जी। श्री ननकाना साहिब ते होर गुरुद्वारे गुरधाम जिन्हां तो पंथ नूं विछोड़िया गया है, खुले दर्शन दीदार सेवा संभाल दा दान खालसा जी नूं बख्शिश करो। निमाणियां दे मान ने ताणियां दे ताण, न्योटियां दी ओट। धन धन साहिब सच्चे पिता गुरु ग्रंथ साहिब जीओ, आप जी का शुक्र है आप जी ने मेहर की। सच्चे पातशाह आप जी की पावन पवित्र हजूरी में आपके सेवकां नूं जुड़न दी सच्चे पातशाह जी उस मत बख्शिश की है। आप जी का शुक्र है मेहरबान पिता जी, आप जी ने तुर के बचना दे सच्चे पातशाह कीर्तन दी दातां बख्शिश कीतियां। बाणी पढ़दियां सुनदियां विचार करदियां हुई फुलां दी खिमा बख्श के भी उस मत की सेवा लेनी। सच्चे पातशाह जी मेहरबान पिता जी सरबत संतां दीयां हाजरियां प्रवान करनियां, कदम कड़ियां लेके चलाउणियां। सच्चे पातशाह जी कृपा करो, कड़ा प्रसादी देख हाजिर है, प्रवान करो। प्रवान हुई देख संगतां विच वरताउण दी आग्ञा देना। आप जी दे पावन वचन बख्शिश करो, भुलां दी खिमा दिओ। सच्चे पातशाह जी सरबत माई भाई दे सिर ते मेरा भरिया हथ रखना, सबनां नूं सच्चे पातशाह जी दे भजनां नाल जुड़ी रखना। सही प्यारे मिलो जिन्हां मिलिया आप जी का नाम चितावे, नानक नाम चढ़दी कला तेरे पाने सरबत। वाहिगुरू जी का खालसा वाहिगुरू जी की फतेह। बोले सो निहाल सत श्री अकाल। वाहिगुरू जी का खालसा
ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਜੀ ਵਾਹਿਗੁਰੂ ਸਾਹਿਬ ਜੀਓ। ਭਾਵ ਸੁਹਾਵੇ ਜਾਤੋ ਤੇ ਦਿਲ ਦੇ ਸੀਸ ਸੁਹਾਵਾ ਚਰਣੀ। ਮੁਖ ਸੁਹਾਵਾ ਜਾਤੋ ਜਸ ਗਾਵੇ ਜਿਉ ਪਿਆ ਤੋ ਸ਼ਰਣੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦਾ ਸ਼ਾਹ। ਜਿਸ ਪਾਸ ਬੈਠਿਆ ਸੋਈਐ ਸਭਨਾ ਦਾ ਵੇਸਾ। ਸਤਨਾਮ ਜੀ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤ ਗੁਰ ਪ੍ਰਸਾਦ। ਜੈਤ ਸਰੀ ਮਹਿਲਾ ਪੰਜਵਾਂ ਘਰ ਤੀਜਾ। ਕੋਈ ਜਨ ਕੋਈ ਜਾਣੈ ਕਵਣ ਇਹਾਂ ਜਗ ਮੀਤ। ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੀ ਨਿਰਮਲ ਰੀਤ। ਕੋਈ ਜਾਣੈ ਕਵਣ ਇਹਾਂ ਜਗ ਮੀਤ। ਜਿਸ ਹੋਏ ਕਿਰਪਾਲ ਸੋਈ ਵਿਦ ਬੂਝੈ ਤਾਂ ਕੀ ਨਿਰਮਲ ਰੀਤ। ਰਹਾਉ ਮਾਤ ਪਿਤਾ ਬੰਤਾ ਸੁਤ ਬੰਧਪ ਇਸ਼ਟ ਮੀਤ ਅਰ ਭਾਈ। ਪੂਰਬ ਜਨਮ ਕੇ ਮੇਰੇ ਸੰਜੋਗੀ ਅੰਤ ਹੈ ਕੋ ਨਾ ਸਹਾਈ। ਮੁਕਤ ਮਾਲ ਕਨਕ ਲਾਲ ਹੀਰਾ ਮਨ ਰੰਜਨ ਕੀ ਮਾਇਆ। ਹਾ ਹਾ ਕਰਤ ਬਿਹਾਨੀ ਅਵਦ ਹੈ ਤਾਮ ਹੈ ਸੰਤੋਖ ਨਾ ਪਾਇਆ। ਹਸਤ ਰਥ ਅਸ਼ਵ ਪਵਨ ਤੇਜ ਧਣੀ ਭੂਮਨ ਚਤੁਰੰਗਾ। ਸੰਗ ਨਾ ਚਾਲਿਓ ਇਨ ਮੈਂ ਕਛੁਐ ਊਠ ਸਿਧਾਇਓ ਨਾਂਗਾ। ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾਂ ਕੈ ਹਰ ਹਰ ਗਾਈਐ। ਨਾਨਕ ਇਹਾਂ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ। ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ ਤਾਂ ਕੈ ਹਰ ਹਰ ਗਾਈਐ। ਨਾਨਕ ਇਹਾਂ ਸੁਖ ਆਗੈ ਮੁਖ ਉਜਲ ਸੰਗ ਸੰਤਨ ਕੈ ਪਾਈਐ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨ ਜੋ ਗੁਰੂ ਪਿਆਰੀ ਸਾਧ ਸੰਗਤ, ਇਹ ਪਾਵਨ ਸ਼ਬਦ ਰਾਗ ਜੈਤਸਰੀ ਵਿੱਚ ਪੰਚਮ ਪਿਤਾ ਗੁਰੂ ਅਰਜਨ ਦੇਵ ਜੀ ਦਾ ਬਖਸ਼ਿਸ਼ ਕੀਤਾ ਹੋਇਆ ਹੈ। ਇਸ ਦੀ ਪਹਿਲੀ ਤੁਕ ਹੀ ਰਹਾਉ ਦੀ ਤੁਕ ਹੈ। ਗੁਰੂ ਪਾਤਸ਼ਾਹ ਜੀ ਕਹਿੰਦੇ ਹਨ ਕਿ ਕੋਈ ਜਾਣੈ, ਕੋਈ ਬਿਰਲਾ ਹੀ ਸਮਝਦਾ ਹੈ ਇਸ ਚੀਜ਼ ਨੂੰ, ਇਸ ਰਮਜ਼ ਨੂੰ ਕਿ ਕੌਣ ਇਹਾਂ ਜਗ ਮੀਤ, ਕਿ ਕੌਣ ਹੈ ਇਸ ਜਗਤ ਦੇ ਵਿੱਚ ਸੱਚਾ ਮਿੱਤਰ ਹੈ। ਇਸ ਖਿਆਲ ਦੇ ਨਾਲ ਕੋਈ ਬਿਰਲਾ ਹੀ ਜਿਉਂਦਾ ਹੈ ਕਿ ਅਸਲ ਦੇ ਵਿੱਚ ਸਾਡਾ ਇਸ ਦੁਨੀਆ ਦੇ ਵਿੱਚ ਜਾਂ ਸਾਡੀ ਆਤਮਾ ਦਾ ਮਦਦਗਾਰ ਹੋਣੇ ਵਾਲਾ ਸਾਡਾ ਮਿੱਤਰ ਕੌਣ ਹੈ। ਜਾਣੀ ਕਿ ਪਰਮਾਤਮਾ ਨੂੰ ਸਮਝਣੇ ਵਾਲੇ ਬਿਰਲੇ ਹੀ ਹੁੰਦੇ ਹਨ, ਕੋਈ ਜਾਣਦਾ। ਅੱਗੇ ਕਹਿੰਦੇ ਹਨ ਕਿ ਕਿਉਂ ਨਹੀਂ ਸਾਰੇ ਹੋ ਸਕਦੇ, ਕਿਉਂਕਿ ਸਾਰੇ ਬਖਸ਼ਿਸ਼ ਦੇ ਪਾਤਰ ਨਹੀਂ ਹੁੰਦੇ, ਸਾਰੇ ਦੇ ਉੱਪਰ ਬਖਸ਼ਿਸ਼ ਨਹੀਂ ਹੁੰਦੀ। ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ। ਜਿਸ ਨੂੰ ਪਰਮਾਤਮਾ ਜੀ ਆਪ ਕਿਰਪਾ ਦਾ ਘਰ ਕਿਰਪਾਲੂ, ਠੀਕ ਹੈ ਜੀ। ਸੋ ਕਿਰਪਾਲ ਵਾਹਿਗੁਰੂ ਪਰਮਾਤਮਾ ਜਿਹੜਾ ਕਿਰਪਾ ਕਰਨ ਯੋਗ ਹੈ, ਕਿਰਪਾ ਦਾ ਘਰ ਹੈ। ਉਹ ਜਿਸ ਦੇ ਉੱਪਰ ਕਿਰਪਾਲੂ ਹੋ ਜਾਵੇ, ਜਿਸ ਦੇ ਉੱਪਰ ਉਹ ਬਖਸ਼ਿਸ਼ ਕਰ ਦੇਵੇ, ਉਸ ਨੂੰ ਹੀ ਇਹ ਰਮਜ਼ ਦੀ ਸਮਝ ਆਉਂਦੀ ਹੈ। ਸੋਈ ਬਿਦ ਬੂਝੈ, ਉਸੇ ਨੂੰ ਹੀ ਜੀਵਨ ਦੀ ਜਾਂਚ ਆਉਂਦੀ ਹੈ, ਇਸ ਵਿਧੀ ਦੀ ਸਮਝ ਲੱਗਦੀ ਹੈ, ਤਾਂ ਕਿ ਨਿਰਮਲ ਰੀਤ ਉਹਦੀ ਨਿਰਮਲ ਰੀਤ ਹੋ ਜਾਂਦੀ। ਮਤਲਬ ਕਿ ਉਹਦੀ ਜੀਵਨ ਜਾਂਚ ਜਿਹੜੀ ਚੇਂਜ ਹੁੰਦੀ ਹੈ, ਉਹ ਪਰਮਾਤਮਾ ਦੀ ਯਾਦ ਵਿੱਚ ਜਿਉਣਾ ਸਿੱਖਦਾ ਹੈ, ਦੁਨੀਆ ਦੀ ਪਰਵਾਹ ਛੱਡ ਕੇ ਜਿਉਣਾ ਸਿੱਖਦਾ ਹੈ। ਸੋ ਬਸ ਬਿਰਲੇ ਹੁੰਦੇ ਹਨ। ਕਵਣ ਕੋਈ ਜਾਣੈ ਕਵਣ ਇਹਾਂ ਜਗ ਮੀਤ, ਕਹਿੰਦੇ ਉਹ ਬਿਰਲੇ ਹੁੰਦੇ ਹਨ, ਸਾਰਿਆਂ ਦੇ ਬਸ ਦੀ ਲੋੜ ਨਹੀਂ ਹੈ। ਹੁਣ ਜਿਹੜੀ ਗੱਲ ਹੈ ਕਿ ਜਿਸ ਹੋਏ ਕਿਰਪਾਲ ਸੋਈ ਬਿਦ ਬੂਝੈ, ਇਹ ਜਿਹੜੇ ਅਰਥ ਹੁੰਦੇ ਹਨ ਗੁਰਬਾਣੀ ਦੇ ਅਰਥ ਕਰਨੇ, ਸ਼ਬਦ ਪੜ੍ਹ ਕੇ ਸ਼ਬਦ ਅਰਥ, ਲਾਈਨ ਤੋਂ ਵਾਰ ਅਰਥ, ਇਹ ਇੱਕ ਸਾਡੇ ਸਿਸਟਮ ਹੈ ਜੀ, ਬਣ ਚੁੱਕਾ ਹੈ। ਇਹ ਇੱਕ ਸਾਰੇ ਸਾਡੇ ਪੰਥ ਦੇ ਵਿੱਚ ਹੀ ਚਿਰਾਂ ਤੋਂ ਚੱਲਦਾ ਆਉਂਦਾ ਇੱਕ ਸਿਸਟਮ ਹੈ।
कि असीं तुकवार समझ के उस बस का कई बार माड़ा मोटा छिस निचोड़ की गल कर दिंदे आ। गुरु महाराज जी का सेंटर आइडिया आ हैगा जी, मेन आइडिया आ हैगा। असल दे विच कहानी उदों बनदी हुंदी है कि जदों समुचे तौर पर तुहानूं पूरे शब्द की समझ है, ਉਹਦੇ ਵਿੱਚ ਤੱਤ ਦੀ ਗੱਲ ਜਿਹੜੀ ਹੈ ਉਹਨੂੰ ਫੜ ਕੇ ਲੈ ਜਾਓ ਤੇ ਉਹਦੇ ਉੱਪਰ ਵਰਕਆਊਟ ਕਰਨਾ ਸ਼ੁਰੂ ਕਰ ਦਿਓ। ਹੁਣ ਗੁਰੂ ਮਹਾਰਾਜ ਕਹਿੰਦੇ ਕਿ ਜਿਸ ਹੋਏ ਕਿਰਪਾਲ, ਜਿਸ ਦੇ ਉੱਪਰ ਕਿਰਪਾਲੂ ਹੋ ਜਾਵੇ ਤਾਂ ਇਹਦਾ ਮਤਲਬ ਕਿ ਅਸੀਂ ਬੜੀ ਸੌਖੇ ਛੁੱਟ ਜਾਂਦੇ, ਅਸੀਂ ਕਹਿ ਸਕਦੇ ਹਾਂ ਕਿ ਕੋਈ ਚਲੋ ਸਾਡੇ ਕੋਲ ਕਿਰਪਾ ਨਹੀਂ ਕੋਈ, ਫਿਰ ਸਾਡਾ ਕੀ ਕਸੂਰ ਹੈ ਇਹਦੇ ਵਿੱਚ, ਠੀਕ ਹੈ ਨਾ ਜੀ। ਇਹ ਕਿਉਂਕਿ ਇਹ ਤੁਕਵਾਰ ਸਮਝਣ ਦਾ ਬਸ ਤਰੀਕਾ ਸਾਡਾ ਇਹ ਰਹਿ ਗਿਆ। ਕਹਾਣੀ ਕੁਛ ਹੋਰ ਹੈ। गुरु महाराज सानूं ये समझा रहे कि जिहड़ा किरपा का पात्र ही नहीं होया, रिसैप्शन पावर जिन्हों कहते हैं, रिसैप्टिव होना। जे असी खुद रिसैप्टिव नहीं है किसी चीज़ नूं, किसी ख्याल नूं, ते उहनूं असी अंदर नहीं लैके जावांगे, सुन लवांगे कन्नां दे नाल करते रहने। आम तौर पर जिहड़ी चीज़ दे नाल ध्यान देना, बच्चे भी बैठे संगत दे विच, आप जी स्कूल दे विच भी पढ़दे हो, जिहड़ी चीज़ तुहानूं समझ नहीं लग रही ਜਾਂ ਤੁਸੀਂ ਸਮਝਣਾ ਨਹੀਂ ਚਾਹੁੰਦੇ ਹੁੰਦੇ ਪੂਰੀ ਤਰ੍ਹਾਂ, ਉਸ ਦੀ ਆਪਣੇ ਟੀਚਰ ਦੀ ਗੱਲ ਵੀ ਪੂਰੇ ਧਿਆਨ ਦੇ ਨਾਲ ਕਦੇ ਨਹੀਂ ਸੁਣਦੇ, ਕਿਉਂਕਿ ਤੁਹਾਡੇ ਅੰਦਰ ਰਿਸੈਪਸ਼ਨ ਨਹੀਂ ਆ ਰਹੀ ਹੁੰਦੀ। ਉੱਥੇ ਤੁਸੀਂ ਹੂੰ ਕਰੀ ਜਾਂਦੇ ਹੋ, ਕੰਨਾਂ ਤੱਕ ਸੁਣੀ ਜਾ ਰਹੀ ਹੈ ਗੱਲ, ਲੇਕਿਨ ਅੰਦਰ ਤੁਹਾਡਾ ਮਨ ਨਹੀਂ ਮੰਨ ਰਿਹਾ। ਇਸੇ ਤਰ੍ਹਾਂ ਦੁਨੀਆ ਦੀ ਕੋਈ ਵੀ ਦਵਾਈ ਹੈ, ਕਿਹਾ ਜਾਂਦਾ ਹੈ ਕਿ ਨਾ ਦਵਾਈ ਇਲਾਜ ਕਰਦੀ ਨਾ ਡਾਕਟਰ ਇਲਾਜ ਕਰਦਾ। ਜੇਕਰ ਤੁਹਾਡੀ ਬੋਡੀ ਰਿਸੈਪਟਿਵ ਹੋਵੇ ਦਵਾਈ ਉਸ ਨੂੰ ਤਾਂ ਇਲਾਜ ਹੁੰਦਾ। ਡਾਕਟਰ ਸਿਰਫ ਦਵਾਈ ਦੱਸਦਾ, ਦਵਾਈ ਤੁਹਾਡੇ ਤੇ ਅਸਰ ਉਦੋਂ ਕਰਦੀ ਜਦੋਂ ਤੁਹਾਡੇ ਅੰਦਰ ਰਿਸੈਪਸ਼ਨ ਹੋਵੇ ਤਾਂ ਇਹ ਕਿਹਾ ਜਾਂਦਾ ਹੈ। ਹੁਣ ਜੇਕਰ ਸਾਡੇ ਅੰਦਰ ਰਿਸੈਪਸ਼ਨ ਨਹੀਂ ਹੈ ਗੁਰੂ ਦੇ ਵਚਨ ਨੂੰ ਰਿਸੀਵ ਕਰਨ ਦੀ, ਗੁਰੂ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰਨ ਦੇ ਵਾਸਤੇ, ਉਹਨੂੰ ਕਿਹਾ ਜਾਂਦਾ ਬਖਸ਼ਿਸ਼ ਦਾ ਪਾਤਰ ਹੋਣਾ, ਕੈਂਡੀਡੇਟ ਹੋਣਾ। ਬਖਸ਼ਿਸ਼ ਦੇ ਵਾਸਤੇ ਤੁਹਾਨੂੰ ਕੈਂਡੀਡੇਟ ਬਣਨਾ ਪੈਂਦਾ ਹੈ, ਉਹਨੂੰ ਕਹਿੰਦੇ ਸਮਝ ਆਉਂਦੀ ਹੁੰਦੀ ਹੈ। ਹੁਣ ਜਿਹੜਾ ਰਿਸੈਪਸ਼ਨ ਲੈ ਕੇ ਬੈਠਾ, ਉਹ ਰਿਸੀਵ ਕਰਨ ਦੇ ਵਾਸਤੇ ਬੈਠਾ ਹੈ गुरु की गल में, तो गुरु जो गल कहता फड़ लेंदा है। बाकी मेरे वर्गे कई ऐसे होंगे बैठे होंगे, पढ़ते होंगे, सुनते पौधे होंगे, लेकिन फड़ नहीं रहे, अंदर मन नहीं पकड़ रहा। साडी जी जीवन जात फिर चेंज नहीं होती। हुण गुरु महाराज ये ख्याल जो पूरे शब्द के दिंदे है, तो मेन गल की हो गई कि किसी विरले विरले समझ आती है, तो जिहदे अंदर अपने अंदर इच्छा हो जानने की, रिसैप्टिव हो जो अंदरों, वो गल है, ठीक है जी। बाकी गल्लां जिहड़ियां सिर्फ इस ख्याल नूं समझाउण दे वास्ते है। हुण कहंदे कि माँ प्यो, इस्त्री, पुत्र, भरा, इष्ट, बजुर्ग, ठीक है जी, मित्र ते भरा, फिर आ गया हर भाई। कहंदे ये तो कहंदे साडे जिहड़े संबंध बने हुए इस दुनिया दे विच पूर्व जन्म के वेले संजोगी, ये तो पूर्वले कर्मां दे संजोग कोई सीगे, कोई किसी दे नाल किसी तरह साडा संबंध बनदा सी ते इत्थे इकट्ठे हो गए। तो इहो समझ लो कि क्योंकि कोई पिछों चलती आ रही होनी साडी जर्नी, जिहदे अधीन असी इकट्ठे हो गए हैं। पर रियलिटी ठीक है, अंत की रियलिटी की है, अंत से तो कोई नहीं सहाय होता फिर भी। सो दैट मीनस कि पहला भी स्ट्रेंज, बाद में भी स्ट्रेंज ही है। मुक्त माल अगली जी एग्जाम्पल दी है, कहते मोती, माला, कणक, सोना, लाल, हीरा, जवाहर आदि मन लुभाने वाली माया, इन्हों इंसान हाय हाय करके नठा करता, हाँ बस सारा कुछ मैंने मिल जाए। बिहानी अवध तो मैं संतोख ना पाया, ये कहते कंटेंटमेंट किधरे नहीं आती, संतोख नहीं किधरे भी आता, क्योंकि कोई जाने कवन यहाँ गग भी, ये तो समझते विरला है कोई कि जो इस दुनिया के मित्र के परमात्मा ही है, धन दौलत थोड़ी है। अगाह कहते किसी को माण हो जाता कि मेरे को हाथी हैं, मेरे को रथ हैं, आशव घोड़े कहते हैं, पवन तेज टनी, हवा के वेग के नाल चलने वाले तेज घोड़े, घूमन बड़ी जमीन जायदाद बड़ी, भूमि बड़ी है, चतुरंगा 4 अंग, चतुरंगा 4 अंगां दी फौज, घोड़ियां वाली, हाथियां वाली, ते रथां वाली, ते पैदल चलने वाली, ठीक है जी। सो इस तरह की तो कहते कि जिहदे कोल ओह हुंदियां उहनूं उहदा मान हुंदा, पर कहते ये नहीं याद रहिंदा कि संग ना चल इनमें कछुए कूट सदाए उन्हां दा। ਇਹਦੇ ਵਿੱਚੋਂ ਕੁਛ ਨਾਲ ਫੜੀ ਜਾਣਾ, ਇੱਥੋਂ ਤਾਂ ਨੰਗੇ ਜਾਣਾ, ਨੰਗੇ ਆਏ ਤਾਂ ਨੰਗੇ ਜਾਣਾ। ਅਗਾਂਹ ਅੰਤ ਤੇ ਗੁਰੂ ਮਹਾਰਾਜ ਜੀ ਜਿਹੜੀ ਸੋ ਦੇਖ ਲਓ ਕਿ ਇਹਦੇ ਵਿੱਚ ਇਹ ਜਿਹੜੀਆਂ 2-3 ਤਰ੍ਹਾਂ ਦੀ ਐਗਜ਼ਾਮਪਲਸ ਦੇ ਕੇ ਗੁਰੂ ਮਹਾਰਾਜ ਜੀ ਨੇ ਤਿੰਨਾਂ ਲਾਈਨਾਂ ਦੇ ਵਿੱਚ ਕਿੰਨੀਆਂ ਹੀ ਐਗਜ਼ਾਮਪਲਸ ਦੇ ਕੇ ਸਮਝਾ ਦਿੱਤਾ ਹੈ ਕਿ ਕੋਈ ਜਾਣੈ ਕਵਣ ਇਹਾਂ ਜਗ ਵੀ,
ਹੁਣ ਅੰਤ ਤੇ ਇਹ ਦੱਸਦੇ ਆ ਕਿ ਜਿਹੜੇ ਪ੍ਰਮਾਤਮਾ ਨੂੰ ਪਿਆਰ ਕਰਨੇ ਵਾਲੇ ਭਲੇ ਲੋਕ ਹੁੰਦੇ ਹਨ, ਉਹਨਾਂ ਦੇ ਜਿਨ੍ਹਾਂ ਦੇ ਅੰਦਰ ਸ਼ਾਂਤੀ ਆ ਚੁੱਕੀ, ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ, ਜਿਹੜੇ ਪ੍ਰਮਾਤਮਾ ਨੂੰ ਪ੍ਰਿਆ ਹੁੰਦੇ ਹਨ, ਪ੍ਰੀਤਮ ਪ੍ਰਭ ਕੇ, ਪ੍ਰੀਤਮ ਦੇ ਪ੍ਰਭੂ ਦੇ ਪਿਆਰੇ ਹੁੰਦੇ ਹਨ, ਜਾਣੀ ਕਿ ਜਿਹੜੇ ਬਖਸ਼ਿਸ਼ ਦੇ ਪਾਤਰ ਬਣ ਚੁੱਕੇ ਹੁੰਦੇ ਹਨ, ਜਿਨ੍ਹਾਂ ਦੇ ਉੱਪਰ ਕਿਰਪਾ ਹੋ ਚੁੱਕੀ ਹੁੰਦੀ ਹੈ, ਜਿਹੜੇ ਕਿਰਪਾ ਦੇ ਪਾਤਰ ਬਣ ਚੁੱਕੇ ਹੁੰਦੇ ਹਨ, ਜਿਹੜੇ ਰਿਸੈਪਟਿਵ ਹੋ ਕੇ ਜਿਉਂਦੇ ਹਨ, ਹਰ ਕੇ ਸੰਤ ਪ੍ਰਿਆ ਪ੍ਰੀਤਮ ਪ੍ਰਭ ਕੇ। ਗੁਰੂ ਮਹਾਰਾਜ ਕਹਿੰਦੇ ਕਿ ਤਾਂ ਕਹਿ ਉਹਨਾਂ ਦੇ ਨਾਲ ਮਿਲ ਕੇ, ਉਹਨਾਂ ਦੇ ਕੋਲ ਕਹਿੰਦੇ ਜਾ ਕੇ ਸਿੱਖਿਆ ਕਰੋ, ਹਰ ਹਰ ਗਾਈਏ, ਉੱਥੇ ਜਾ ਕੇ ਉਹਨਾਂ ਦੀ ਸੰਗਤ ਦੇ ਵਿੱਚ ਮਿਲ ਕੇ ਹਰੀ ਪ੍ਰਮਾਤਮਾ ਨੂੰ ਹਰੀ ਹਰੀ ਗਾਇਆ ਕਰੋ। ਹਰੀ ਹਰੀ ਗਾਉਣ ਦਾ ਮਤਲਬ ਇਹ ਨਹੀਂ ਕਿ ਹਰੀ 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 ਕਰਨ ਦੇ ਵਾਸਤੇ ਲੱਗ ਜਾਓ, ਰਾਮ ਭਜਨ ਦੇ ਵਾਸਤੇ ਵੀ ਕਿਹਾ ਹੈ, ਰਾਮ 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 ਕਰਨ ਦੇ ਵਾਸਤੇ, ਠੀਕ ਹੈ ਜੀ। ਪਰ ਗੁਰੂ ਮਹਾਰਾਜ ਕਹਿੰਦੇ ਕਿ ਰਾਮ ਰਾਮ ਕਰਦਾ ਸਭ ਜਗ ਫਿਰੈ, ਰਾਮ ਨਾ ਪਾਇਆ ਜਾਏ, ਠੀਕ ਹੈ ਜੀ। ਇਹ ਵੀ ਕਿਹਾ ਹੈ ਕਿ ਰਾਮ ਤੇ ਸਾਰੇ ਕਹਿੰਦੇ ਕਿ ਇੱਕ ਰਾਮ ਉਹ ਹੁੰਦਾ ਜਿਹੜਾ ਭੌਤਿਕ ਹਾਰ ਹੈ, ਇੱਕ ਰਾਮ ਉਹ ਹੁੰਦਾ ਜਿਹੜਾ ਦੁਨੀਆ ਦੇ ਵਿੱਚ ਜੰਮਿਆ ਸੀ, ਮਰਿਆ ਵੀ ਹੈ, ਠੀਕ ਹੈ ਜੀ। ਤਾਂ ਹੁਣ ਗੁਰੂ ਮਹਾਰਾਜ ਦੀ ਗੁਰੂ ਦੀ ਬਾਣੀ ਜਿਹੜੀ ਹੈ ਨਾ ਜੀ, ਇਹ ਸਮੁੱਚਾ ਜਿਹੜਾ ਇੱਕ ਦਰਿਆ ਸਮੁੰਦਰ ਹੈ, ਤੇ ਸਾਡੀ ਜ਼ਿੰਦਗੀ ਜਿਹੜੀ ਛੋਟੀ ਹੈ ਸਮਝਣ ਦੇ ਵਾਸਤੇ, ਬਟ ਸਾਡੀ ਕੋਸ਼ਿਸ਼ ਵੀ ਤੇ ਕਦੇ ਨਹੀਂ ਹੁੰਦੀ। ਗੁਰੂ ਮਹਾਰਾਜ ਕਿਰਪਾ ਕਰਕੇ ਹੈ, ਇਹ ਡਿਫਰੈਂਟ ਜਿਹੇ ਤਰੀਕੇ ਦੀ ਗੱਲ ਹੋ ਜਾਂਦੀ ਹੈ। ਸਾਰਿਆਂ ਨੂੰ ਸਾਨੂੰ ਕੋਸ਼ਿਸ਼ ਜ਼ਰੂਰ ਕਰਨੀ ਚਾਹੀਦੀ ਹੈ ਸਮਝਣ ਦੀ। ਹਰ ਹਰ ਗਾਈਏ, ਹਰੀ ਪ੍ਰਮਾਤਮਾ ਨੂੰ ਹਰ ਹਰ ਗਾਈਏ ਦਾ ਮਤਲਬ ਜਿਹੜਾ ਬਸ ਹਰੀ ਹੀ ਹਰੀ ਹੈ, ਹੋਰ ਕੁਛ ਨਹੀਂ, ਜਾਣੀ ਕਿ ਜਿਹੜਾ ਹਰ 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 ਦੇ ਵਿੱਚ ਰਮਿਆ ਹੋਇਆ ਹੈ। ਸੋ ਜਿਹੜਾ ਹਰ ਇੱਕ ਦੇ ਵਿੱਚ ਵਸਿਆ ਹੋਇਆ, ਉਸ ਨੂੰ ਪਹਿਚਾਨਣ ਦੀ ਕੋਸ਼ਿਸ਼ ਕਰੀਏ, ਉਹਨੂੰ ਗਾਉਣ ਦੀ ਕੋਸ਼ਿਸ਼ ਕਰੀਏ, ਜਿਹੜਾ ਹਰ ਇੱਕ ਦੇ ਵਿੱਚ ਵਸਿਆ ਹੋਇਆ। ਹੁਣ ਜੇ ਕਿਸੇ ਬੱਚੇ ਦੇ ਵਿੱਚ ਵਸਿਆ ਹੋਇਆ, ਉਹਨੂੰ ਬੱਚੇ ਦੇ ਵਿੱਚ ਦੇਖ ਕੇ ਗਾਓਗੇ ਨਾ ਤੁਸੀਂ ਵੀ, ਬੱਚੇ ਨੂੰ ਛੋਟੇ ਜਿਹੇ ਚੁੱਕ ਕੇ ਖਿਲਾਉਂਦੇ ਹੋ, ਸਵਿੰਗ ਕਰਦੇ ਹੋ ਉਹਨੂੰ, ਤੇ ਨਾਲ ਗਾਉਣ ਲੱਗ ਪੈਂਦੇ ਹੋ, ਆਪਣੀ ਜ਼ੁਬਾਨ ਆਪਣੀ ਕੰਪੋਜੀਸ਼ਨ ਬਣਾ ਕੇ, ਆਪਣਾ ਮਿਊਜ਼ਿਕ ਬਣਾ ਕੇ ਬੱਚਾ ਉਹਦੇ ਨਾਲ ਹੀ ਖੁਸ਼ ਹੋ ਜਾਂਦਾ। ਇਹ ਹਰੀ ਹਰੀ ਗਾਉਣਾ ਹੀ ਹੈ, ਇਹ ਹਰੀ ਗਾਉਣਾ। ਇਸੇ ਤਰ੍ਹਾਂ ਕਾਇਨਾਤ ਦੀ ਸੇਵਾ ਨੂੰ ਸਿੰਪਲ ਜੀ ਕਹਿ ਦੇਵਾਂ ਕਿ ਸ੍ਰਿਸ਼ਟੀ ਦੀ ਸੇਵਾ ਵੀ ਪਰਮਾਤਮਾ ਦੀ ਸੇਵਾ, ਇਹ ਹਰੀ ਨੂੰ ਗਾਉਣਾ ਹੀ ਹੁੰਦਾ ਹੈ। ਦੈਨ ਨਾਨਕ ਕੀ ਹੋਏਗਾ ਕਿ ਐਂਡ ਰਿਜ਼ਲਟ ਕਹਿੰਦੇ ਇਹਦਾ ਚੰਗਾ ਹੁੰਦਾ ਹੈ। ਬਸ ਸਾਰਿਆਂ ਨੂੰ ਪਿਆਰ ਕਰਨਾ ਸਿੱਖੋ, ਤੇ ਕਹਿੰਦੇ ਨਾਨਕ ਕਹਿੰਦੇ ਕਿ ਇਹਾਂ ਸੁਖ ਆਗਿਆ ਮੋਹ ਪੂਜਲ, ਕਹਿੰਦੇ ਇੱਥੇ ਸੁਖੀ ਰਹਿਣ ਲੱਗੋਗੇ, ਠੀਕ ਹੈ ਜੀ। ਤੇ ਅਗਾਂਹ ਵੀ ਪ੍ਰਮਾਤਮਾ ਦੀ ਹਜ਼ੂਰੀ, ਇੱਕ ਤੇ ਪ੍ਰਮਾਤਮਾ ਦੀ ਹਜ਼ੂਰੀ, ਫਿਰ ਇਹ ਬਹੁਤ ਵੱਡਾ ਸਬਜੈਕਟ ਬਣ ਜਾਂਦਾ। ਮੈਂ ਸਿਰਫ ਇੰਨਾ ਕਹਾਂ ਕਿ ਪ੍ਰਮਾਤਮਾ ਦੀਆਂ ਨਜ਼ਰਾਂ ਦੇ ਵਿੱਚ ਤੁਹਾਨੂੰ ਚੰਗਾ ਗਿਣਿਆ ਜਾਣਾ, ਠੀਕ ਹੈ ਨਾ ਜੀ। ਸੋ ਜੇ ਪ੍ਰਮਾਤਮਾ ਸਾਨੂੰ ਚੰਗੇ ਸਮਝ ਲਵੇ ਕਿ ਹਾਂਜੀ ਤੁਸੀਂ ਚੰਗੇ ਹੋ, ਹੋਰ ਕੀ ਚਾਹੀਦਾ ਸਾਨੂੰ ਦੁਨੀਆ ਤੋਂ ਕੀ ਲੈਣਾ। ਕੋਈ ਇਨਸਾਨ ਕਹਿੰਦੇ ਕੋਈ ਬੇਇੱਜ਼ਤ ਬੰਦਾ ਤੁਹਾਡੀ ਬੇਇੱਜ਼ਤੀ ਵੀ ਕਰ ਦੇਵੇ ਤਾਂ ਬੇਇੱਜ਼ਤੀ ਨਹੀਂ ਹੁੰਦੀ, ਬੇਇੱਜ਼ਤ ਬੰਦਾ ਤੁਹਾਡੀ ਇੱਜ਼ਤ ਵੀ ਕਰ ਦੇਵੇ ਤਾਂ ਇੱਜ਼ਤ ਨਹੀਂ ਹੁੰਦੀ। ਸਭ ਤੋਂ ਵਧੀਆ ਇੱਜ਼ਤਦਾਰ ਜਿਹੜਾ ਬੰਦਾ ਜਾਂ ਸ਼ਕਤੀ ਹੈ ਇਸ ਦੁਨੀਆ ਦੇ ਵਿੱਚ, ਉਹ ਹੈ ਪਰਮਾਤਮਾ ਵਾਹਿਗੁਰੂ। ਉਹਦੀਆਂ ਨਜ਼ਰਾਂ ਵਿੱਚ ਤੁਹਾਡੀ ਇੱਜ਼ਤ ਬਣੇ, ਦੈਟ ਮੀਨਸ ਕਿ ਤੁਸੀਂ ਰੀਅਲੀ ਰਿਸਪੈਕਟ ਦੇ ਪਾਤਰ ਹੋ। ਇਸ ਵਾਸਤੇ ਆਗਿਆ ਮੁਕਤ ਚਲ ਗਿਆ, ਇੱਥੇ ਵੀ ਇੱਜ਼ਤ, ਉੱਥੇ ਵੀ ਇੱਜ਼ਤ, ਤੇ ਸੰਗ ਸੰਤਨ ਕਹਿ ਪਾਈਐ, ਸੰਤਾਂ ਦੇ ਨਾਲ ਜੁੜ ਕੇ, ਗੁਰੂ ਦੀਆਂ ਸੰਗਤਾਂ ਦੇ ਨਾਲ ਜੁੜ ਕੇ, ਜਿਨ੍ਹਾਂ ਦੇ ਅੰਦਰ ਗੁਰੂ ਦੇ ਬਚਨ ਸੁਣ ਕੇ ਸ਼ਾਂਤ